श्री नानक पग पंकज बंदन, पग पंकज बंदन। सिमरो अंगद दोख निकंदन, अमरदास गुर हृदय त्यामो, हृदय ओ। श्री गुरु रामदास गुण गावो, श्री अर्जन बिघ्नन के नाशक, बिघ्नन के नाशक। श्री हर गोबिंद शोभ सुमत प्रकाशक, श्री हर राय नमो कर जोरी, नमो कर जोरी। गुरु हर कृष्ण मनाए बहोरी, गुरु तेग बहादुर परम किरपाला, वाहिगुरु परम किरपाला। श्री गुरु गोबिंद सिंह बेसाला, तरो तरहा पर पुन पुन सीसा, वाहिगुरु पुन पुन सीसा। बंदों बार बार जगदीशा, जिसमें है अमृत ज्ञान है, माणक भगत बैराग। श्री गुरु ग्रंथ साहिब उदद, बंदों कर अनुराग। एक ओंकार सतगुरु तेह प्रसाद सच होए, वाहिगुरु जी की फतेह विघ्न विनाशन सोए। सतनाम श्री वाहिगुरु साहिब जी। निशानी छंद जाग उठे श्री अमर जी, चलबे कर तैयारी। बृप निकट बैठत भयो, देखत हित तारी। लगे दीन तब दक्षिणा, दिजजू एह लीजै। जाग उठे श्री अमर जी। सच्चे पातशाह गरीब नवाज दीन दुनिया दे मालिक, जबर छत्र तखत दे मालिक, समरथ गुरु प्रतख गुरु, दीन दयाल कृपाल अंतरजामी, पूरन पार ब्रह्म परमेश्वर वाहिगुरु अकाल पुरख स्वरूप सच्चे पातशाह दासां गरीबां सिखां सेवकां दी सदा इज्जत रखण वाले, पत रखण वाले, दया करन वाले, रहमतां करन वाले, धन धन सच्चे पातशाह, धन धन श्री गुरु ग्रंथ साहिब जी महाराज, धन धन श्री गुरु ग्रंथ साहिब जी महाराज। बड़े ही प्यार नाल सारियां सिख संगतां
ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਆਪਾਂ ਨੂੰ ਆਪਣੀ ਹਜ਼ੂਰੀ ਵਿੱਚ ਬੈਠਣ ਦਾ ਸਮਾਂ ਗਰੀਬ ਨਵਾਜ਼ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਬੜੇ ਹੀ ਪਿਆਰ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਪਵਿੱਤਰ ਕਥਾ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਕਥਾ ਦੇ ਵਿੱਚ ਸਾਧ ਸੰਗਤ ਜੀ ਗੁਰੂ ਅਮਰਦਾਸ ਜੀ ਦੀ ਕਥਾ ਚੱਲ ਰਹੀ ਹੈ। ਕੱਲ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ, ਕਿਵੇਂ ਇੱਕ ਸਿੱਖ ਸੰਗਤ ਵਿੱਚ ਰਹਿੰਦਾ ਸੀ ਪਰ ਸੇਵਾ ਨਹੀਂ ਸੀ ਕਰਦਾ ਹੁੰਦਾ। ਜਦੋਂ ਕਿਸੇ ਨੇ ਕਹਿਣਾ ਤੇ ਗੱਲ ਗੁਰੂ ਅੰਗਦ ਦੇਵ ਮਹਾਰਾਜ ਜੀ ਉੱਤੇ ਪਾ ਦੇਣੀ ਵੀ ਮਹਾਰਾਜ ਮੈਨੂੰ ਆਖਣ ਤੇ ਮੈਂ ਤਾਂ ਸੇਵਾ ਕਰਾਂਗਾ। ਇੱਕ ਦਿਨ ਫਿਰ ਸੱਚੇ ਪਾਤਸ਼ਾਹ ਜੀ ਨੇ ਬਚਨ ਕਰ ਦਿੱਤਾ ਵੀ ਜਾ ਅੱਗ ਬਾਲ ਤੇ ਵਿੱਚ ਬਹਿ ਜਾ। ਉਹਦੇ ਕੋਲ ਇਹ ਵੀ ਬਚਨ ਨਾ ਕਮਾਇਆ ਗਿਆ ਜੀ। ਉਹ ਬਚਨ ਇੱਕ ਚੋਰ ਨੇ ਲੈ ਲਿਆ। ਚੋਰ ਤੇ ਸਵਰਗਾਂ ਨੂੰ ਚਲੇ ਗਿਆ ਤੇ ਉਹ ਜਿਹਨੇ ਬਚਨ ਮਾਇਆ ਕਰਕੇ ਬਦਲ ਦਿੱਤਾ ਨਾ ਜੀ ਵੇਲੜ ਨੇ, ਉਹ ਫਿਰ ਫਾਹੇ ਲੱਗਾ ਤੇ ਨਰਕਾਂ ਵਿੱਚ ਗਿਆ ਜੀ। ਉਧਰੋਂ ਗੁਰੂ ਅਮਰਦਾਸ ਜੀ ਦੀ ਕਥਾ ਆਪ ਜੀ ਨੇ ਸਰਵਣ ਕੀਤੀ। ਅੰਮ੍ਰਿਤਸਰ ਸ਼ਹਿਰ ਦੇ ਲਾਗੇ ਹੀ ਪਿੰਡ ਹੈ ਬਾਸਰਕੇ। ਬਾਸਰਕੇ ਪਿੰਡ ਦੇ ਵਿੱਚ ਸਾਧ ਸੰਗਤ ਜੀ ਬਾਬਾ ਤੇਜਭਾਨ ਜੀ ਰਹਿੰਦੇ ਆ ਤੇ ਬਾਬਾ ਤੇਜਭਾਨ ਜੀ ਦੇ ਘਰ ਵਿੱਚ 4 ਪੁੱਤਰਾਂ ਦਾ ਜਨਮ ਹੋਇਆ। ਜਿਹੜੇ ਸਭ ਤੋਂ ਵੱਡੇ ਨੇ ਉਹਨਾਂ ਦਾ ਨਾਮ ਹੈ ਅਮਰਦਾਸ ਜੀ, ਜਿਨ੍ਹਾਂ ਨੂੰ ਆਪਾਂ ਸਤਿਕਾਰ ਨਾਲ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ। ਉਹਨਾਂ ਦਾ ਨਾਮ ਹੈ ਅਮਰਦਾਸ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਕਿਵੇਂ ਬਚਪਨ ਤੋਂ ਹੀ ਭਗਤੀ ਭਾਵ ਵਾਲਾ ਸੁਭਾਅ ਹੈ, ਇਹ ਆਪ ਜੀ ਨੇ ਕੱਲ ਦੀ ਕਥਾ ਵਿੱਚ ਸਰਵਣ ਕੀਤਾ। ਆਪਣੇ ਜੀਵਨ ਵਿੱਚ 19 ਵਾਰ ਬਾਬਾ ਅਮਰਦਾਸ ਜੀ ਗੰਗਾ ਜੀ ਦੇ ਇਸ਼ਨਾਨ ਕਰਨ ਵਾਸਤੇ ਗਏ ਤੇ ਪੈਦਲ ਜਾਂਦੇ ਹੁੰਦੇ ਸਨ। ਉਹਨਾਂ ਦਿਨਾਂ ਦੇ ਵਿੱਚ ਖੇਚਲਾਂ ਹੁੰਦੀਆਂ ਸਨ, ਪਰ ਪ੍ਰੇਮੀ ਜਿਹੜੇ ਸਨ ਉਹ ਖੇਚਲਾਂ ਕਰ ਲੈਂਦੇ ਸਨ ਪਰ ਜਾਂਦੇ ਸਨ। ਅੱਜ ਸੁੱਖ ਸਾਧਨ ਬੜੇ ਆ, ਫਿਰ ਵੀ ਗੁਰੂ ਘਰ ਆਉਣਾ ਬੰਦਿਆਂ ਵਾਸਤੇ ਔਖਾ ਹੋਇਆ ਹੈ। ਮਹਾਰਾਜ ਜਾ ਰਹੇ ਆ ਤੇ ਰਸਤੇ ਦੇ ਵਿੱਚ ਇੱਕ ਪਿੰਡ ਹੈ, ਗੰਗਾ ਜੀ ਦੇ ਦਰਸ਼ਨ ਕਰਕੇ ਆ ਰਹੇ ਹੈ ਬਾਬਾ ਅਮਰਦਾਸ ਜੀ, ਤੇ ਰਸਤੇ ਵਿੱਚ ਇੱਕ ਪਿੰਡ ਹੈ ਸਾਧ ਸੰਗਤ ਜੀ। ਉਸ ਪਿੰਡ ਦੇ ਵਿੱਚ ਇੱਕ ਰਹਿੰਦਾ ਹੈ ਬ੍ਰਾਹਮਣ ਜਿਹਦਾ ਨਾਮ ਹੈ ਦੁਰਗਾ ਦਾਸ। ਕੱਲ ਆਪ ਜੀ ਨੇ ਸੁਣਿਆ ਸੀਗਾ ਸਾਧ ਸੰਗਤ ਜੀ, ਮਿਹੜਾ ਪਿੰਡ ਸੀਗਾ ਮਿਹੜਾ। ਉੱਥੇ ਬ੍ਰਾਹਮਣ ਰਹਿੰਦਾ ਹੈ ਦੁਰਗਾ ਦਾਸ, ਤੇ ਦੁਰਗਾ ਦਾਸ ਦੇ ਘਰ ਵਿੱਚ ਰਾਹਗੀਰ ਠਹਿਰਦੇ ਆ। ਬਾਬਾ ਅਮਰਦਾਸ ਜੀ ਵੀ ਠਹਿਰੇ। ਜਦੋਂ ਆਰਾਮ ਕਰ ਰਹੇ ਸਨ ਨਾ, ਤੇ ਦੁਰਗਾ ਦਾਸ ਦਾ ਧਿਆਨ ਮਹਾਰਾਜ ਦੇ ਚਰਨਾਂ ਵੱਲ ਪਿਆ ਤੇ ਚਰਨਾਂ ਤੇ ਪਦਮ ਬਣਿਆ ਹੋਇਆ ਸੀਗਾ। ਉਹਨੇ ਸਮੁੰਦਰਕ ਗ੍ਰੰਥ ਪੜ੍ਹਿਆ ਹੋਇਆ ਸੀ। ਮੈਂ ਕੱਲ ਵੀ ਬੇਨਤੀ ਕੀਤੀ ਸੀਗੀ, ਇਸ ਗ੍ਰੰਥ ਵਿੱਚ ਬੰਦੇ ਦੇ ਚਿੰਨ੍ਹ ਵੇਖ ਕੇ ਉਹਦੇ ਬਾਰੇ ਅੰਦਾਜ਼ਾ ਦੱਸਿਆ ਹੋਇਆ ਹੈ। ਉਹ ਬ੍ਰਾਹਮਣ ਬੜਾ ਖੁਸ਼ ਹੋਇਆ ਵੀ ਇਹ ਪਦਮ ਜਾਂ ਤੇ ਅਵਤਾਰੀ ਪੁਰਸ਼ਾਂ ਦੇ ਹੁੰਦਾ ਜਾਂ ਚੱਕਰਵਰਤੀ ਰਾਜੇ ਦੇ ਹੁੰਦਾ ਹੈ। ਜਿੰਨਾ ਚਿਰ ਤੱਕ ਮਹਾਰਾਜ ਆਰਾਮ ਕਰਦੇ ਰਹੇ ਉਹਨਾਂ ਚਿਰ ਤੱਕ ਉਹ ਪਦਮ ਦੇ ਦਰਸ਼ਨ ਕਰਦਾ ਰਿਹਾ ਜੀ। ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪਾਂ ਨੇ ਬੜੇ ਪਿਆਰ ਦੇ ਨਾਲ ਸਰਵਣ ਕਰਨਾ ਹੈ। ਦੋਵੇਂ ਹੱਥ ਜੋੜੋ, ਸਾਰੀ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ਼ਾਨੀ ਸੰਦ ਜਾਗ ਉਠੇ ਸ੍ਰੀ ਅਮਰ ਜੀ, ਚਲਬੇ ਕਰ ਤਿਆਰੀ। ਸਮਾਂ ਪਾ ਕੇ ਰਾਤ ਰਹਿ ਕੇ ਅੱਗੋਂ ਬਾਬਾ ਅਮਰਦਾਸ ਜੀ ਜਦੋਂ ਜਾਗੇ
ਤੇ ਆਪਣੇ ਨਗਰ ਚੱਲਣ ਦੀ ਜਦੋਂ ਤਿਆਰੀ ਕੀਤੀ, ਵਿਪਰ ਨਿਕਟ ਬੈਠਤ ਭਇਓ ਦੇਖਤ ਹਿਤ ਤਾਰੀ। ਦੁਰਗਾ ਦਾਸ ਜਿਹੜਾ ਬ੍ਰਾਹਮਣ ਹੈ ਨਾ, ਉਹ ਮਹਾਰਾਜ ਦੇ ਕੋਲ ਬੈਠ ਗਿਆ ਤੇ ਬੜੇ ਪਿਆਰ ਨਾਲ ਦਰਸ਼ਨ ਕਰਨ ਲੱਗਾ ਮਹਾਰਾਜ ਦੇ। ਹਾਂਜੀ, ਲੱਗੇ ਦੇਨ ਤਬ ਦਛਨਾ ਦਿਜ ਜੂ ਇਹ ਲੀਜੈ। ਤੇ ਮਹਾਰਾਜ ਦਕਸ਼ਣਾ ਦੇਣ ਲੱਗੇ, ਮਾਇਆ ਦੇਣ ਲੱਗੇ। ਤੇ ਮਾਇਆ ਦੇਣ ਲੱਗਿਆਂ ਕਹਿਣ ਲੱਗੇ, ਪੰਡਤ ਜੀ ਆ ਮਾਇਆ ਰੱਖ ਲੋ, ਦਛਣਾ ਰੱਖ ਲੋ। ਹਾਂਜੀ, ਸਾਧ ਸਾਧ ਤੁਝ ਕੋ ਹੈ ਇਮਹੀ ਨਿਤ ਕੀਜੈ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਕਹਿਣ ਲੱਗੇ ਤੁਸੀਂ ਬੜੀ ਸੇਵਾ ਕੀਤੀ ਹੈ ਤੇ ਸ਼ਾਬਾਸ਼ ਹੈ ਤੁਹਾਨੂੰ। ਇਸੇ ਤਰ੍ਹਾਂ ਹਰ ਰੋਜ਼ ਆਏ ਗਏ ਦੀ ਸੇਵਾ ਕਰਿਆ ਕਰੋ। ਹਾਂਜੀ, ਉਤਰਹਿ ਸੰਗੀ ਗੰਗ ਕੇ ਪਾਵੈ ਬਿਸਰਾਮਾ। ਤਾਂ ਕਿ ਗੰਗਾ ਜਾਣ ਵਾਲੇ ਸੰਗੀ ਸਾਥੀ ਜਿਹੜੇ ਐ ਉਹ ਇਸ ਪਿੰਡ ਵਿੱਚ ਤੁਹਾਡੇ ਘਰ ਵਿੱਚ ਵਿਸ਼ਰਾਮ ਕਰਿਆ ਕਰਨ। ਤੁਸੀਂ ਹਰ ਰੋਜ਼ ਉਹਨਾਂ ਦੀ ਇਸੇ ਤਰ੍ਹਾਂ ਸੇਵਾ ਕਰਿਆ ਕਰੋ। ਪਾਵਨ ਕੋ ਪਾਵਨ ਕਰਹਿ ਪਾਵਨ ਹੋਏ ਧਾਮ। ਨਾਲੇ ਸੰਗਤਾਂ ਦੇ ਚਰਨ ਪੈਣਗੇ, ਤੁਹਾਡਾ ਘਰ ਪਵਿੱਤਰ ਹੋਏਗਾ। ਸਾਧ ਸੰਗਤ ਜੀ, ਇੱਕ ਰੱਬ ਦੇ ਪਿਆਰਿਆਂ ਦਾ ਬੋਲ ਮੈਂ ਆਪ ਜੀ ਨਾਲ ਸਾਂਝਾ ਕਰਾਂ। ਉਹ ਕਹਿੰਦੇ ਹੁੰਦੇ ਐ, ਭਾਗਾਂ ਵਾਲੇ ਹੁੰਦੇ ਆ ਉਹ ਘਰ ਜਿੱਥੇ ਸੰਗਤਾਂ ਦੇ ਜੋੜੇ ਖੁੱਲ੍ਹਦੇ ਆ ਕੇ। ਭਾਵ ਜਿੱਥੇ ਸੰਗਤਾਂ ਚਰਨ ਪਾਉਂਦੀਆਂ। ਕਹਿਣ ਲੱਗੇ ਤੁਸੀਂ ਇਸੇ ਤਰ੍ਹਾਂ ਸੇਵਾ ਕਰਿਆ ਕਰੋ। ਹਾਂਜੀ, ਵਿਪਰ ਦੀਨ ਬਨ ਬਿਨੈ ਭਨ ਮੈਂ ਅਬ ਨਹਿ ਲਿਉ। ਪਰ ਦੁਰਗਾ ਦਾਸ ਬੜਾ ਸਿਆਣਾ ਜੀ। ਕਈ ਬੰਦੇ ਨਾ ਜੀ ਦੂਰ ਦ੍ਰਿਸ਼ਟੀ ਦੇ ਮਾਲਕ ਹੁੰਦੇ ਆ। ਮਹਾਰਾਜ ਬਾਣੀ ਵਿੱਚ ਕਹਿੰਦੇ ਆ ਨਾ, ਦੇ ਲੰਮੀ ਨਦਰ ਨਿਹਾਲੀਐ। ਆਉਣ ਵਾਲਾ ਸਮਾਂ ਵੀ ਸੋਚਦੇ ਵੀ ਕੈਸਾ ਹੋਏਗਾ ਤੇ ਆਉਣ ਵਾਲੇ ਸਮੇਂ 'ਚ ਕੀ ਕਰਨਾ। ਤੇ ਕਈ ਇਹ ਵੀ ਸਮਾਂ ਗਵਾਈ ਜਾਂਦੇ ਵਿਅਰਥ। ਉਹ ਬ੍ਰਾਹਮਣ ਮਹਾਰਾਜ ਨੂੰ ਨਿਮਰਤਾ ਵਿੱਚ ਕਹਿਣ ਲੱਗਾ ਜੀ ਅਜੇ ਮੈਂ ਤੁਹਾਡੇ ਕੋਲੋਂ ਦਕਸ਼ਣਾ ਭੇਟਾ ਜਿਹੜੀ ਹੈ ਉਹ ਨਹੀਂ ਲੈਣੀ। ਜਬ ਸਮਰੱਥ ਹੋ ਵਹੁ ਮਹਾ ਤਬ ਲੈਨ ਕਰਿਓ। ਜਦੋਂ ਤੁਸੀਂ ਸਮਰੱਥ ਹੋ ਜਾਵੋਗੇ ਨਾ, ਜਦੋਂ ਤੁਹਾਡੇ ਕੋਲ ਤਾਕਤ ਆ ਜਾਏਗੀ, ਉਦੋਂ ਮੈਂ ਲਵਾਂਗਾ। ਕਿਉਂ ਨੂੰ ਪਤਾ ਹੈ ਇਹ ਜਿਹੜਾ ਚਰਨਾਂ ਵਿੱਚ ਪਦਮ ਹੈ ਨਾ, ਸਮੇਂ ਦੇ ਨਾਲ ਇਹਦੀ ਕਿਰਪਾ ਵਰਤਣੀ ਹੈ, ਇਹਦਾ ਪ੍ਰਤਾਪ ਵਧਣਾ ਹੈ। ਹਾਂਜੀ, ਅਬ ਮੁਝ ਸੋ ਕਹਿ ਦੀਜੀਐ ਬਾਂਛਤ ਹਮ ਦਹਿ। ਕਹਿਣ ਲੱਗਾ ਹੁਣ ਮੈਨੂੰ ਇਹ ਕਹਿ ਦਿਓ, ਬਚਨ ਦਿਓ ਵੀ ਜਦੋਂ ਸਮਾਂ ਆਏਗਾ ਤੇ ਦੁਰਗਾ ਦਾਸ ਤੂੰ ਜੋ ਮੰਗੇਗਾ ਤੈਨੂੰ ਉਹ ਦੇ ਦੇਵਾਂਗੇ। ਹੁਣ ਮੈਨੂੰ ਇਹ ਬਚਨ ਕਰ ਦਿਓ ਤੁਸੀਂ। ਹਾਂਜੀ, ਤਬ ਚੇਤਹੁ ਇਸ ਸਮੈ ਕੋ ਹਮ ਆਨ ਮਿਲੇ ਹੈ। ਤੇ ਫਿਰ ਮੈਂ ਤੁਹਾਨੂੰ ਆ ਮਿਲਾਂਗਾ ਤੇ ਤੁਸੀਂ ਬਚਨ ਚੇਤਾ ਰੱਖਿਓ। ਜਾਂ ਤੇ ਤੁਸੀਂ ਅਵਤਾਰੀ ਪੁਰਸ਼ ਹੋ ਤੇ ਜਾਂ ਚੱਕਰਵਰਤੀ ਰਾਜੇ ਹੋ। ਫਿਰ ਮੈਂ ਤੁਹਾਡੇ ਕੋਲੋਂ ਮਾਇਆ ਲਵਾਂਗਾ। ਹਾਂਜੀ, ਸੁਨ ਸ਼੍ਰੀ ਅਮਰ ਬਖਾਨਿਓ ਕੈਸੇ ਤੁਵ ਜਾਨੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਹੁਣ ਬਾਬਾ ਅਮਰਦਾਸ ਜੀ ਨੂੰ ਅੱਜ ਤੱਕ ਕਿਸੇ ਨੇ ਇਸ ਤਰ੍ਹਾਂ ਨਹੀਂ ਸੀ ਆਖਿਆ। ਉਹ ਕਹਿਣ ਲੱਗੇ ਦੁਰਗਾ ਦਾਸ ਨੂੰ, ਕਹਿਣ ਲੱਗੇ ਭਾਈ ਤੈਨੂੰ ਕਿਵੇਂ ਪਤਾ ਸਾਰੀ ਗੱਲ ਦਾ। ਹਾਂਜੀ, ਕੈਸੇ ਅਸ਼ਵਰਜ ਹੋਏ ਹੈ ਕਰ ਸਕਲ ਬਖਾਨੀ। ਵੀ ਮੇਰੇ ਕੋਲ ਕਿਵੇਂ ਪ੍ਰਭਤਾ ਆਏਗੀ, ਮੈਨੂੰ ਕਿਵੇਂ ਐਸ਼ਵਰਜ ਪ੍ਰਾਪਤ ਹੋਣੇ ਐ। ਤੂੰ ਕਹਿ ਰਿਹਾ ਸਮੇਂ ਨਾਲ ਬੜਾ ਕੁਝ ਮਿਲਣਾ ਤੁਹਾਨੂੰ, ਤੈਨੂੰ ਕਿਵੇਂ ਪਤਾ ਸਾਰੀ ਗੱਲ ਦਾ। ਹਾਂਜੀ, ਦਿਜ ਭਾਖਿਓ ਤੁਮ ਪਦ ਪਦਮ ਪਦਮਾ ਪਤ ਜੈਸੇ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਤੇ ਦੁਰਗਾ ਦਾਸ ਨਾ ਅੱਗੋਂ ਕਹਿਣ ਲੱਗਾ ਮਹਾਰਾਜ ਤੁਹਾਡੇ ਚਰਨਾਂ 'ਚ ਜਿਹੜਾ ਪਦਮ ਹੈ ਨਾ, ਇਹ ਰੱਬ ਦੇ ਅਵਤਾਰਾਂ ਦੇ ਚਰਨਾਂ ਵਿੱਚ ਹੁੰਦਾ ਹੈ, ਹਰ ਇੱਕ ਦੇ ਚਰਨਾਂ ਵਿੱਚ ਨਹੀਂ ਹੁੰਦਾ। ਹਾਂਜੀ, ਅਤ ਉੱਤਮ ਲੱਛਣ ਇਹੀ ਫਲ ਪਇਓ ਨਾ ਕੈਸੇ। ਅਤ ਉੱਤਮ ਲੱਛਣ ਇਹੀ ਫਲ ਭਇਓ ਨਾ ਕੈਸੇ। ਕਹਿਣ ਲੱਗੇ ਦੁਰਗਾ ਦਾਸ ਮਹਾਰਾਜ ਨੂੰ ਕਹਿਣ ਲੱਗਾ ਇਹ ਬਹੁਤ ਉੱਤਮ ਲੱਛਣ ਹੈ, ਬੜੀ ਵਧੀਆ ਨਿਸ਼ਾਨੀ ਹੈ, ਤੁਹਾਨੂੰ ਇਹਦਾ ਫਲ ਮਿਲੇਗਾ ਸਮੇਂ ਨਾਲ।
ਹਰ ਇੱਕ ਦੇ ਚਰਨ ਵਿੱਚ ਨਹੀਂ ਇਹ ਹੁੰਦਾ। ਹਾਂਜੀ। ਤਉ ਅਗਾਰੀ ਹੋਏ ਗੋ ਪ੍ਰਭ ਜੋਤ ਮਿਲੈ ਹੈ। ਜਾਂ ਤੇ ਤੁਸੀਂ ਰੱਬ ਦੇ ਅਵਤਾਰੀ ਹੋਵੋਗੇ ਤੇ ਤੁਹਾਡੀ ਜੋਤ ਰੱਬ ਵਿੱਚ ਮਿਲ ਜਾਣੀ ਹੈ, ਤੁਸੀਂ ਰੱਬ ਦਾ ਰੂਪ ਬਣ ਜਾਣਾ। ਹਾਂਜੀ। ਚੱਕਰ ਵਰਤ ਰਾਜਾ ਕਿਦੋਂ ਕਿਸ ਕਾਲ ਬਣੈ ਹੈ। ਤੇ ਜੇ ਰੱਬ 'ਚ ਜੋਤ ਨਾ ਮਿਲੀ ਤੇ ਮੇਰੀ ਵਿਦਿਆ ਇਹ ਗੱਲ ਦੱਸ ਰਹੀ ਹੈ, ਤੁਸੀਂ ਆਉਣ ਵਾਲੇ ਸਮੇਂ 'ਚ ਚੱਕਰਵਰਤੀ ਰਾਜੇ ਬਣੋਗੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬੜਾ ਲੰਮਾ ਤੁਹਾਡਾ ਸਾਜੋ ਸਮਾਨ ਹੋਏਗਾ, ਬੜੀ ਲੰਮੀ ਫੌਜ ਹੋਏਗੀ ਤੁਹਾਡੀ। ਤੇ ਦੁਰਗਾ ਦਾਸ ਨੂੰ ਵੀ ਨਹੀਂ ਪਤਾ ਵੀ ਚੱਕਰਵਰਤੀ ਰਾਜਿਆਂ ਨੇ ਤੇ ਇਹਨਾਂ ਦੇ ਚਰਨਾਂ ਵਿੱਚ ਆ ਕੇ ਝੁਕਿਆ ਕਰਨਾ ਹੈ। ਦੁਰਗਾ ਦਾਸ ਕਹਿਣ ਲੱਗਾ ਤੁਸੀਂ ਜਾਂ ਫਿਰ ਬੜੇ ਵੱਡੇ ਚੱਕਰਵਰਤੀ ਰਾਜੇ ਬਣੋਗੇ। ਹਾਂਜੀ। ਨਿਰਸੰਸੈ ਮਮ ਬਾਰਤਾ ਨਿਸ਼ਚੈ ਕਰ ਲੀਜੈ। ਬਸ ਮੇਰੀ ਇਹ ਗੱਲ ਨਿਸ਼ਚੈ ਕਰ ਲਓ, ਪੱਕੀ ਕਰ ਲਓ। ਹਾਂਜੀ। ਐਸ਼ਵਰਜ ਹੋਏ ਤਾਂ ਜਾਚ ਹੋ ਤਬ ਹੂੰ ਤੁਮ ਦੀਜੈ। ਜਦੋਂ ਇਸ ਪਦਮ ਦਾ ਪ੍ਰਤਾਪ ਵਧੇਗਾ ਮੈਂ ਉਦੋਂ ਤੁਹਾਡੇ ਕੋਲੋਂ ਕੁਝ ਮੰਗਾਂਗਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬੜਾ ਸਿਆਣਾ ਹੈ, ਸਾਰਿਆਂ ਨੂੰ ਮੰਗਣ ਦੀ ਜਾਚ ਨਹੀਂ ਹੁੰਦੀ। ਤੇ ਪਿਆਰਿਓ ਇਹਨੇ ਤੇ ਮੰਗਣਾ ਵੀ ਬੜਾ ਵਧੀਆ ਹੈ। ਕਹਿਣ ਲੱਗਾ ਮਹਾਰਾਜ ਅਜੇ ਨਹੀਂ ਕੁਝ ਮੰਗਣਾ। ਹਾਂਜੀ। ਸੁਨ ਪ੍ਰਸੰਨ ਚਿਤ ਆਤ ਪਏ ਹੋਵੋ ਬਚ ਸਾਚਾ। ਤੇ ਮਹਾਰਾਜ ਪ੍ਰਸੰਨ ਹੋ ਗਏ ਜੀ ਬ੍ਰਾਹਮਣ ਦੀਆਂ ਗੱਲਾਂ ਸੁਣ ਕੇ। ਕਹਿਣ ਲੱਗੇ ਭਾਈ ਜੇ ਤੇਰੀ ਇਹ ਗੱਲ ਸੱਚੀ ਹੈ, ਹਾਂਜੀ, ਮਿਲਹੁ ਹਮੈ ਤਬ ਆਨ ਕੈ ਲਿਹੋ ਜੋ ਕਰ ਜਾਚਾ। ਤੇ ਫਿਰ ਸਮਾਂ ਆਉਣ ਤੇ ਜੋ ਤੂੰ ਮੰਗੇਗਾ ਤੈਨੂੰ ਉਹੋ ਹੀ ਦੇ ਦੇਵਾਂਗੇ। ਗੱਜ ਕੇ ਆਖੋ ਵਾਹਿਗੁਰੂ। ਤੇ ਮਹਾਰਾਜ ਨੇ ਦੇਣਾ ਵੀ ਹੈ। ਫਿਰ ਸਤਿਗੁਰੂ ਤੇ ਪੂਰੇ ਨੇ, ਮਹਾਰਾਜ ਨੇ ਦੇਣਾ ਵੀ ਹੈ ਫਿਰ ਸਮੇਂ ਨਾਲ। ਹਾਂਜੀ। ਕਹਿ ਦਿਜ ਸੋ ਮਾਰਗ ਚਲੇ ਆਮਨ ਕੋ ਧਾਮਾ। ਇਹ ਕਹਿ ਕੇ ਦੁਰਗਾ ਦਾਸ ਨਾਲ ਤੇ ਆਪਣੇ ਘਰ ਨੂੰ ਤੁਰ ਪਏ। ਇੱਕ ਬ੍ਰਹਮਚਾਰੀ ਬੇਸ ਮਹਿ ਜਿਹ ਮਤ ਅਬੇਰਾਮਾ। ਤੇ ਸੰਗਤ ਦੀ ਰਸਤੇ ਵਿੱਚ ਇੱਕ ਬ੍ਰਹਮਚਾਰੀ ਮਿਲਿਆ ਜੀ। ਬ੍ਰਹਮਚਾਰੀ ਪੁਰਸ਼, ਸਾਧੂ ਪੁਰਸ਼ ਜਿਹੜੇ ਚਰਜ ਰੱਖਦੇ ਆ, ਘਰ ਪਰਿਵਾਰ ਵਿੱਚ ਨਹੀਂ ਰਹਿੰਦੇ, ਵਿਚਰਦੇ ਹੀ ਆ ਥਾਵਾਂ ਥਾਵਾਂ ਤੇ। ਉਹ ਰਸਤੇ ਵਿੱਚ ਮਿਲਿਆ ਮਹਾਰਾਜ ਨੂੰ। ਹਾਂਜੀ। ਮਿਲਿਓ ਸੰਗ ਸ਼੍ਰੀ ਅਮਰ ਕੇ ਕੀਏ ਬਚਨ ਬਿਲਾਸਾ। ਤੇ ਉਹ ਰਸਤੇ ਵਿੱਚ ਨਾਲ ਹੀ ਮਿਲਿਆ, ਉਹ ਵੀ ਗੰਗਾ ਜੀ ਦੇ ਦਰਸ਼ਨ ਕਰਨ ਗਿਆ ਸੀ। ਤੇ ਰਸਤੇ ਵਿੱਚ ਮਿਲਿਆ ਬਚਨ ਬਿਲਾਸ ਹੋਣੇ ਸ਼ੁਰੂ ਹੋ ਗਏ ਜੀ। ਹਾਂਜੀ। ਚਲਤ ਪੰਥ ਸੁਭ ਕਥਾ ਪ੍ਰਭ ਬਹੁ ਭਾਂਤ ਪ੍ਰਕਾਸ਼ਾ। ਹੁਣ ਦੋ ਰੱਬ ਦੇ ਬੰਦੇ ਮਿਲਣਗੇ ਤੇ ਸੰਗਤ ਦੀ ਕਿਹੜੀਆਂ ਗੱਲਾਂ ਹੋਣਗੀਆਂ? ਰੱਬ ਦੀਆਂ ਹੀ ਗੱਲਾਂ ਹੋਣਗੀਆਂ ਨਾ। ਗੱਜ ਕੇ ਆਖੋ ਵਾਹਿਗੁਰੂ। ਤੇ ਦੋ ਮੂਰਖ ਮਿਲਣਗੇ ਤੇ ਮੂਰਖਤਾਈ ਦੀਆਂ ਗੱਲਾਂ ਹੋਣਗੀਆਂ। ਰਸਤੇ ਵਿੱਚ ਰੱਬ ਦੇ ਬਚਨ ਬਿਲਾਸ ਹੁੰਦੇ, ਭਗਤੀ ਦੀਆਂ ਗੱਲਾਂ ਹੁੰਦੀਆਂ ਜੀ। ਹਾਂਜੀ। ਸਰਬ ਦਿਵਸ ਸੰਗੀ ਰਹੇ ਉਤਰੇ ਇਕ ਥਾਨਾ। ਤੇ ਸਾਧ ਸੰਗਤ ਜੀ ਉਹ ਬ੍ਰਹਮਚਾਰੀ ਸਾਧੂ ਤੇ ਮਹਾਰਾਜ ਅਮਰਦਾਸ ਜੀ ਇਹ ਫਿਰ ਇਕੱਠੇ ਹੀ ਰਹੇ ਸਾਰਾ ਦਿਨ ਜੀ। ਹਾਂਜੀ। ਗਮਨੇ ਬਹੁਰ ਪ੍ਰਭਾਤ ਕੋ ਹਿਤ ਦੁਹਨ ਠਾਨਾ। ਤੇ ਇੱਕੋ ਹੀ ਥਾਂ ਤੇ ਉਤਰੇ, ਅਗਲੇ ਦਿਨ ਫਿਰ ਇਕੱਠੇ ਤੁਰ ਪਏ ਜੀ। ਹਾਂਜੀ। ਜਾਵਦ ਆਏ ਸਦਨ ਨਿਜ ਤਾਵਦ ਰਹਿ ਸੰਗਾ। ਉਹ ਵਾਹਿਗੁਰੂ ਬ੍ਰਹਮਚਾਰੀ ਜਿਹੜਾ ਸਾਧੂ ਹੈ ਨਾ, ਉਹ ਉਹਨਾਂ ਚਿਰ ਤੱਕ ਬਾਬਾ ਅਮਰਦਾਸ ਜੀ ਦੇ ਨਾਲ ਹੀ ਰਿਹਾ ਜਿੰਨਾ ਚਿਰ ਤੱਕ ਉਹ ਬਾਸਰ ਕੇ ਨਗਰ ਵਿੱਚ ਨਾ ਆ ਗਏ ਜੀ। ਭਾਵ ਘਰ ਤੱਕ ਆਇਆ ਜੀ ਉਹ ਨਾਲ। ਹਾਂਜੀ। ਖਾਨ ਪਾਨ ਇਕੱਠੇ ਕਰਹਿ ਸਿਮਰਤ ਉਰ ਗੰਗਾ। ਛਕਦੇ ਛਕਾਉਂਦੇ ਵੀ ਇਕੱਠੇ ਰਹੇ ਜੀ ਤੇ ਗੰਗਾ ਜੀ ਦੇ ਬਚਨ ਕਰਦੇ ਰਹੇ ਜੀ। ਛਕਦੇ ਛਕਾਉਂਦੇ ਇਕੱਠੇ ਰਹੇ ਜੀ। ਹਾਂਜੀ। ਘਰ ਆਪਨ ਸ਼੍ਰੀ ਅਮਰ ਜੂ ਆਨਿਓ ਬ੍ਰਹਮਚਾਰੀ। ਤੇ ਜਦੋਂ ਬਾਸਰ ਕੇ ਪਹੁੰਚ ਗਏ ਨਾ ਤੇ ਬਾਬਾ ਅਮਰਦਾਸ ਜੀ ਬ੍ਰਹਮਚਾਰੀ ਸਾਧੂ ਨੂੰ ਕਹਿਣ ਲੱਗੇ, ਸਾਧੂ ਮਹਾਤਮਾ ਕਿਰਪਾ ਕਰੋ ਤੇ ਘਰ ਚੱਲੋ, ਤੁਹਾਡੀ ਸੇਵਾ ਕਰੀਏ। ਤੇ ਆਪਣੇ ਘਰ ਲੈ ਆਂਦਾ ਜੀ।
ਹਾਂਜੀ। ਸਾਦਰ ਖਾਨ ਰੋਪਾਨ ਕੋ ਦੀਨ ਸਹਿਤ ਤਾਰੀ। ਉਹ ਫਿਰ ਬਾਸਰਕੇ ਦੇ ਵਿੱਚ ਬਾਬਾ ਅਮਰਦਾਸ ਜੀ ਦੇ ਘਰ ਰਿਹਾ ਸਾਧੂ ਆ ਕੇ। ਬੜੇ ਪਿਆਰ ਨਾਲ ਮਹਾਰਾਜ ਨੇ ਸੇਵਾ ਕੀਤੀ, ਛਕਣ ਛਕਾਉਣ ਵਾਸਤੇ ਜਲ ਪਾਣੀ ਦਿੱਤਾ। ਹਾਂਜੀ। ਭਈ ਨਿਸਾਹਿਤ ਸੈਨ ਕੇ ਉਪਰ ਆਰੂਡੇ। ਤੇ ਰਾਤ ਸੌਣ ਵਾਸਤੇ ਨਾ ਫਿਰ ਸਾਧ ਸੰਗਤ ਜੀ ਚੁਬਾਰੇ ਉੱਪਰ ਚਲੇ ਗਏ। ਹੁਣ ਨਹੀਂ ਅੱਜ ਕੱਲ ਕੋਠਿਆਂ ਤੇ ਕੋਈ ਸੌਂਦਾ। ਕੱਜ ਕੇ ਆਖੋ ਵਾਹਿਗੁਰੂ। ਪਹਿਲੇ ਸਮੇਂ ਸੌਂਦੇ ਸੀਗੇ ਸਾਰੇ ਜੀ, ਹੁਣ ਤੇ ਸ਼ਰਮ ਆਉਂਦੀ ਹੈ। ਤੇ ਉਹ ਕੋਠੇ ਤੇ ਸੁੱਤੇ ਜੀ। ਇੱਕ ਮੰਜਾ ਬਾਬਾ ਅਮਰਦਾਸ ਜੀ ਦਾ ਡੱਠ ਗਿਆ, ਇੱਕ ਮੰਜਾ ਬ੍ਰਹਮਚਾਰੀ ਦਾ ਡੱਠ ਗਿਆ ਜੀ। ਉਹ ਕੋਠੇ ਤੇ ਸੌਂ ਗਏ ਜੀ, ਚੁਬਾਰੇ ਵਿੱਚ ਸੌਣ ਦੀ ਉੱਪਰ ਚਲੇ ਗਏ। ਕਰਹਿ ਪਰਸ ਪਰ ਬਾਰਤਾ ਅੰਤਰਗਤ ਗੂੜੇ। ਤੇ ਸਮਾਂ ਬੜਾ ਵਧੀਆ ਸੀ, ਆਪਸ ਵਿੱਚ ਨਾ ਮੰਜਿਆਂ ਤੇ ਬੈਠਿਆਂ ਤੇ ਗੱਲਾਂ ਬਾਤਾਂ ਕਰਨ ਦਾ ਜੀ। ਹੁਣ ਪੁਰਾਣੇ ਬਜ਼ੁਰਗ ਐਸਾ ਕਰਦੇ ਆ। ਮੇਰੀ ਬੇਨਤੀ, ਨਵੀਂ ਜਨਰੇਸ਼ਨ ਕੀ ਕਰਦੀ ਹੈ? ਦੋ ਨੌਜਵਾਨ ਮਿਲਣ, ਉਹਨੇ ਆਪਣਾ ਫੋਨ ਖੋਲ ਲੈਣਾ, ਉਹਨੇ ਆਪਣਾ ਫੋਨ ਖੋਲ ਲੈਣਾ ਜੀ, ਤੇ ਗੱਲਾਂ ਬਾਤਾਂ ਨਹੀਂ ਕਰਨੀਆਂ ਜੀ। ਇੱਕ ਬੰਨੇ ਬ੍ਰਹਮਚਾਰੀ ਸਾਧੂ, ਇੱਕ ਬੰਨੇ ਬਾਬਾ ਅਮਰਦਾਸ ਜੀ ਮਨ ਦੀਆਂ ਗੱਲਾਂ ਕਰਨ ਲੱਗ ਪਏ ਜੀ। ਹਾਂਜੀ। ਕਿਸ ਪ੍ਰਸੰਗ ਪਰ ਬਾਰਤਾ ਬੋਲਿਓ ਬ੍ਰਹਮਚਾਰੀ। ਤੇ ਬਚਨ ਬਿਲਾਸ ਚਲਦਿਆਂ ਚਲਦਿਆਂ ਨਾ ਗੱਲ ਇੱਥੇ ਪਹੁੰਚ ਗਈ ਵੀ ਬ੍ਰਹਮਚਾਰੀ ਨੇ ਪੁੱਛਿਆ ਜੀ। ਹਾਂਜੀ। ਗੁਰੂ ਤੁਮਾਰੋ ਕਮਨ ਹੈ ਕਿਮ ਦੀਖਿਆ ਧਾਰੀ। ਕਹਿਣ ਲੱਗਾ ਅਮਰਦਾਸ ਜੀ ਤੁਹਾਡਾ ਸੁਭਾਅ ਬੜਾ ਵਧੀਆ, ਤੁਹਾਡਾ ਬੋਲਣ ਚਾਲਣ ਦਾ ਤਰੀਕਾ ਵਧੀਆ, ਤੁਹਾਡਾ ਗੁਰੂ ਕੌਣ ਹੈ? ਤੁਸੀਂ ਕਿਹੜੇ ਕੋਲੋਂ ਸਿੱਖ ਮਤ ਲਈ ਹੈ? ਹਾਂਜੀ। ਸੁਨ ਸ੍ਰੀ ਅਮਰ ਬਖਾਨਿਓ ਗੁਰ ਮੋਹਿ ਨਾ ਪਾਇਓ। ਤੇ ਉਸ ਸਮੇਂ ਬਾਬਾ ਅਮਰਦਾਸ ਜੀ ਅਜੇ ਗੁਰੂ ਘਰ ਵਿੱਚ ਆਏ ਹੀ ਨਹੀਂ ਸਨ ਜੀ। ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਵੇਖੋ ਵੀ ਗੁਰੂ ਘਰ ਵਿੱਚ ਆਉਣ ਤੋਂ ਪਹਿਲਾਂ ਹੀ ਬੜਾ ਵਧੀਆ ਸੁਭਾਅ ਸੀਗਾ ਜੀ ਉਹਨਾਂ ਦਾ। ਉਹ ਪਤਾ ਕੀ ਕਹਿਣ ਲੱਗੇ? ਕਹਿਣ ਲੱਗੇ ਜੀ ਨਹੀਂ, ਮੇਰਾ ਤੇ ਗੁਰੂ ਹੈ ਹੀ ਨਹੀਂ ਆ, ਮੈਂ ਤੇ ਗੁਰੂ ਨਹੀਂ ਧਾਰਨ ਕੀਤਾ। ਹਾਂਜੀ। ਖੋਜ ਰਹਿਓ ਅਬਿਲਾਖ ਸੋ ਕੋ ਦ੍ਰਿਸ਼ਟ ਨਾ ਆਇਓ। ਗੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗੇ ਮੈਂ ਗੁਰੂ ਲੱਭਿਆ ਤੇ ਬੜਾ, ਪਰ ਮੇਰੀ ਦ੍ਰਿਸ਼ਟੀ ਵਿੱਚ ਨਹੀਂ ਕੋਈ ਗੁਰੂ ਆਇਆ। ਸੰਗਤ ਜੀ ਇੱਕ ਗੱਲ ਚੇਤਾ ਰੱਖਿਓ, ਜਿਸ ਬੰਦੇ ਦੇ ਜਿਹੋ ਜਿਹੇ ਪੁੰਨ ਹੁੰਦੇ ਆ ਨਾ, ਉਹਨੂੰ ਗੁਰੂ ਵੀ ਉਹੋ ਜਿਹਾ ਹੀ ਮਿਲਦਾ ਜੀ। ਜਿਨ੍ਹਾਂ ਦੇ ਪੁੰਨ ਨਹੀਂ ਵੱਡੇ, ਕਿਸਮਤ ਨਹੀਂ ਚੰਗੀ, ਉਹਨਾਂ ਨੂੰ ਕੱਚੇ ਪਿੱਲੇ ਮਿਲ ਜਾਂਦੇ ਆ। ਉਹਨਾਂ ਨੂੰ ਲੋਕ ਵਰਗਲਾ ਕੇ ਆਪਣੇ ਵਿੱਚ ਲੈ ਜਾਂਦੇ ਆ। ਪਰ ਜਿਨ੍ਹਾਂ ਦੇ ਬੜੇ ਵੱਡੇ ਭਾਗ ਹੋਣ ਨਾ, ਉਹਨਾਂ ਨੂੰ ਪੂਰਾ ਗੁਰੂ ਮਿਲਦਾ, ਪੂਰਾ ਗੁਰੂ ਜੀ। ਤੇ ਪੂਰੇ ਗੁਰੂ ਕੌਣ ਨੇ? ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕਹੋ ਸਾਰੇ ਪ੍ਰੇਮ ਨਾਲ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹ ਪੂਰੇ ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਬਣਨ ਵਾਸਤੇ ਕਿਸਮਤ ਹੋਣੀ ਚਾਹੀਦੀ ਬੰਦੇ ਦੀ ਜੀ। ਐਵੇਂ ਨਹੀਂ ਬੰਦਾ ਬਣ ਜਾਂਦਾ ਜੀ। ਭਾਗ ਉੱਤਮ ਹੈ। ਹੁਣ ਬਾਬਾ ਅਮਰਦਾਸ ਜੀ ਦੇ ਪੁੰਨ ਬਹੁਤ ਜ਼ਿਆਦਾ, ਪਿੱਛੋਂ ਰੱਬ ਦਾ ਅਵਤਾਰ ਹੈ, ਤੇ ਮਾੜੇ ਮੋਟੇ ਬੰਦੇ ਨੂੰ ਆਪਣਾ ਗੁਰੂ ਥੋੜੀ ਬਣਾ ਸਕਦੇ ਸੀ ਉਹ। ਕਹਿਣ ਲੱਗੇ ਜੀ ਅਜੇ ਮੈਨੂੰ ਮੇਰੀ ਦ੍ਰਿਸ਼ਟੀ ਅਨੁਸਾਰ ਗੁਰੂ ਹੀ ਨਹੀਂ ਮਿਲਿਆ ਕੋਈ। ਹਾਂਜੀ। ਮੈਂ ਦੇਖਿਆ ਕਿਸ ਕੀ ਲਈ ਮੈਂ ਕਰੀ ਨਾ ਸੇਵਾ। ਇਸ ਕਰਕੇ ਨਾ ਤੇ ਮੈਂ ਅਜੇ ਗੁਰੂ ਹੀ ਧਾਰਨ ਕੀਤਾ, ਤੇ ਨਾ ਮੈਂ ਅਜੇ ਕਿਸੇ ਨੂੰ ਗੁਰੂ ਧਾਰਨ ਕਰਕੇ ਉਹਦੀ ਸੇਵਾ ਕੀਤੀ ਹੈ। ਹਾਂਜੀ। ਅਬ ਲਗ ਬਾਂਛਤ ਹੋ ਹਿਰਦੈ ਕਰਹੁ ਗੁਰਦੇਵਾ। ਉਂਝ ਮੇਰੇ ਮਨ ਦਾ ਫੁਰਨਾ ਹੈ ਕਿ ਸਮਾਂ ਆਵੇ ਤੇ ਮੈਨੂੰ ਪੂਰਾ ਗੁਰੂ ਮਿਲੇ। ਗੱਜ ਕੇ ਆਖੋ ਵਾਹਿਗੁਰੂ। ਮੈਨੂੰ ਗੁਰੂ ਮਿਲੇ ਪੂਰਾ। ਹਾਂਜੀ। ਸੁਨਤ ਦੁਖਿਓ ਅਤ ਚਿਤ ਬਿਖੈ ਬੋਲਿਓ ਬ੍ਰਹਮਚਾਰੀ। ਓਹੋ, ਜਦੋਂ ਉਸ ਬ੍ਰਹਮ ਗਿਆਨੀ ਨੇ ਸੁਣਿਆ ਨਾ ਜੀ ਵੀ ਅਮਰਦਾਸ ਜੀ ਦਾ ਤਾਂ ਗੁਰੂ ਹੀ ਕੋਈ ਨਹੀਂ ਹੈਗਾ, ਇਹਨਾਂ ਗੁਰੂ ਨਹੀਂ ਧਾਰਨ ਕੀਤਾ, ਪਿਆਰਿਓ ਨੂੰ ਬੜਾ ਦੁੱਖ ਹੋਇਆ ਜੀ। ਹਾਂਜੀ।
ਤਪ ਤੀਰਥ ਬ੍ਰਤ ਘਾਲ ਬੱਡ ਪੀ ਬਿਫਲ ਹਮਾਰੀ। ਉਹਨੇ ਪਤਾ ਕੀ ਸੋਚਿਆ, ਸੋਚ ਕੇ ਤੇ ਬੋਲਿਆ। ਉਹ ਕਹਿਣ ਲੱਗਾ, ਅਮਰਦਾਸ ਜੀ ਤੁਸੀਂ ਗੁਰੂ ਨਹੀਂ ਧਾਰਨ ਕੀਤਾ ਤੇ ਮੈਂ ਤੁਹਾਨੂੰ ਮਿਲਿਆ, ਹੁਣ ਮੇਰਾ ਤਪ ਤੀਰਥ ਵਰਤ ਜਿੰਨੀ ਮੈਂ ਕਮਾਈ ਕੀਤੀ ਹੈ ਨਾ ਉਹ ਸਾਰੀ ਵਿਅਰਥ ਹੋ ਗਈ। ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਇਹ ਗੱਲ ਸੋਚੋ ਵੀ ਇਹ ਤੇ ਚਲੋ ਇੱਕ ਖੇਡ ਹੈ, ਮਹਾਰਾਜ ਦੀ ਸਿੱਖਿਆ ਹੀ ਹੈ, ਵੀ ਇਹ ਪ੍ਰਸੰਗ ਸਿੱਖਿਆ ਵੀ ਜਿਸ ਬੰਦੇ ਦਾ ਕੋਈ ਗੁਰੂ ਪੀਰ ਨਹੀਂ ਨਾ ਜੀ ਹੈਗਾ, ਜੇ ਬੰਦਾ ਉਹਦੇ ਨਾਲ ਰਵੇ ਤੇ ਕੀਤੀ ਕਮਾਈ ਵੀ ਵਿਅਰਥ ਹੋ ਜਾਂਦੀ ਜੀ। ਹਾਂਜੀ। ਮਹਾ ਸ਼ਰਮਤ ਹੋਏ ਮੈਂ ਸ਼ਰਮਤ ਮਹਾ ਸ਼ਰਮਤ ਹੋਏ ਮੈਂ ਕਰੇ ਸਭ ਬਾਦ ਗਵਾਏ। ਮੈਂ ਬੜੀ ਮਿਹਨਤ ਕੀਤੀ ਸੀ, ਕਹਿਣ ਲੱਗਾ ਬੜੇ ਬੜੇ ਤੀਰਥਾਂ ਤੇ ਗਿਆ ਪਰ ਮੇਰੀ ਸਾਰੀ ਮਿਹਨਤ ਵਿਅਰਥ ਹੋ ਗਈ ਹੈ। ਹਾਂਜੀ। ਭਇਓ ਅਚਾਨਕ ਸਾਥ ਤੁਮ ਇਮ ਕਹਿ ਪਛਤਾਏ। ਕਹਿਣ ਲੱਗਾ ਮੈਨੂੰ ਅਚਾਨਕ ਹੀ ਤੁਹਾਡਾ ਸੰਗ ਹੋ ਗਿਆ, ਤੁਸੀਂ ਗੁਰੂ ਨਹੀਂ ਧਾਰਨ ਕੀਤਾ, ਮੇਰਾ ਕੀਤਾ ਕਰਾਇਆ ਖਤਮ। ਤੇ ਪਿਆਰਿਓ ਇਹ ਕਹਿ ਕੇ ਨਾ ਉਹ ਬ੍ਰਾਹਮਣ ਸਾਧੂ ਪਛਤਾਉਣ ਲੱਗਾ ਜੀ, ਪਛਤਾਉਣ ਵੀ ਮੈਂ ਕਿਉਂ ਆਇਆ ਇਹਨਾਂ ਦੇ ਘਰ। ਹਾਂਜੀ। ਨਿਗੁਰੇ ਕੋ ਸੰਗੀ ਭਇਓ ਕੀਏ ਖਾਨਸ ਰੋਪਾਨਾ। ਗੱਜ ਕੇ ਆਖੋ ਵਾਹਿਗੁਰੂ। ਇਥੋਂ ਤੱਕ ਫਿਰ ਉਹਨੇ ਕਹਿ ਦਿੱਤਾ ਵੀ ਮੈਂ ਨਿਗੁਰੇ ਦੇ ਹੱਥ ਦਾ ਕੁਝ ਖਾ ਪੀ ਲਿਆ, ਉਹਦੇ ਘਰੋਂ ਕੁਝ ਖਾ ਪੀ ਲਿਆ। ਸੰਗਤ ਦੀ ਇਹ ਤੇ ਇਤਿਹਾਸ ਹੈ। ਮੇਰੀ ਬੇਨਤੀ 'ਚ ਗੁਰੂ ਅਮਰਦਾਸ ਸਾਹਿਬ ਕਹੋ ਪ੍ਰੇਮ ਨਾਲ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਅਮਰਦਾਸ ਸਾਹਿਬ ਤੇ ਗੁਰੂਆਂ ਦੇ ਗੁਰੂ ਨੇ ਸਮੇਂ ਨਾਲ ਬੜੀ ਵੱਡੀ ਪ੍ਰਾਪਤੀ ਕੀਤੀ। ਅਜੇ ਚਲੋ ਉਹ ਗੱਲ ਨਹੀਂ ਹੈਗੀ, ਪਰ ਇੱਕ ਗੱਲ ਚੇਤਾ ਰੱਖਿਓ, ਨਿਗੁਰੇ ਬੰਦੇ ਦੇ ਘਰ ਦਾ ਖਾਣ ਪੀਣ ਦੇ ਨਾਲ ਬੰਦੇ ਦਾ ਧਰਮ ਭ੍ਰਿਸ਼ਟ ਹੋ ਜਾਂਦਾ ਜੀ। ਅਸੀਂ ਧਿਆਨ ਨਹੀਂ ਰੱਖਦੇ, ਜਿਹੜਾ ਸਾਨੂੰ ਕਹਿੰਦਾ ਆਪਾਂ ਉਹਦੇ ਵੱਲੋਂ ਹੀ ਦੇ ਤੇਰੇ ਦੀ ਚੱਲਣ ਦਿਓ, ਕੋਲਡ ਡਰਿੰਕ ਤੇ ਸਾਰਾ ਕੁਝ। ਧਿਆਨ ਰੱਖਣਾ ਚਾਹੀਦਾ, ਜੇ ਤੇ ਧਰਮ ਕਮਾਉਣਾ ਧਿਆਨ ਰੱਖਣਾ ਚਾਹੀਦਾ। ਇੱਕ ਵਾਰੀ ਅਵਸਥਾ ਬਣ ਜੇ ਫਿਰ ਗੱਲ ਵੱਖਰੀ ਹੈ, ਬ੍ਰਹਮ ਗਿਆਨੀ ਦੀ ਗੱਲ ਵੱਖਰੀ ਹੈ, ਪਰ ਬੰਦਾ ਧਿਆਨ ਰੱਖੇ ਪਹਿਲਾਂ ਦੀ। ਹਾਂਜੀ। ਪੁੰਨ ਅਕਾਰਥ ਸਭ ਭਏ ਮੁਝ ਚਿੰਤ ਮਹਾਨਾ। ਕਹਿਣ ਲੱਗਾ ਮੇਰੇ ਤੇ ਪੁੰਨ ਹੀ ਵਿਅਰਥ ਹੋ ਗਏ ਸਾਰੇ, ਮੈਨੂੰ ਤੇ ਬੜੀ ਚਿੰਤਾ ਲੱਗੀ ਹੈ। ਹਾਂਜੀ। ਬ੍ਰਿਧ ਹੋਤ ਲੋ ਇਮ ਰਹੇ ਨਹਿ ਗੁਰੂ ਬਨਾਇਓ। ਤੇ ਕਹਿਣ ਲੱਗਾ ਤੁਸੀਂ ਬਜ਼ੁਰਗ ਹੋ ਗਏ ਹੋ, ਅਜੇ ਤੱਕ ਗੁਰੂ ਹੀ ਨਹੀਂ ਧਾਰਨ ਕੀਤਾ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਦੀ ਕਥਾ ਬੜੀ ਦੂਰ ਤੱਕ ਜਾ ਰਹੀ ਹੈ ਤੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ, ਭਾਈ ਜਿਹੜੇ ਬਜ਼ੁਰਗ ਹੋ ਗਏ ਆ ਤੇ ਅਜੇ ਤੱਕ ਗੁਰੂ ਨਹੀਂ ਧਾਰਨ ਕੀਤਾ, ਗੁਰੂ ਜ਼ਰੂਰ ਧਾਰਨ ਕਰੋ। ਵੇਖ ਲਓ ਚੰਗੇ ਕੰਮ ਤੇ ਬਾਬਾ ਅਮਰਦਾਸ ਜੀ ਵੀ ਕਰਦੇ, ਗੰਗਾ ਵੀ ਜਾਂਦੇ ਆ, ਯਾਤਰਾ ਵੀ ਕਰਦੇ, 19 ਵਾਰ ਕਰ ਲਈ ਹੈ, ਪਰ ਗੁਰੂ ਨਹੀਂ ਧਾਰਨ ਕੀਤਾ। ਕਈ ਬੰਦੇ ਕਹਿੰਦੇ ਅਸੀਂ ਗੁਰਦੁਆਰੇ ਆਉਂਦੇ ਆ, ਸੇਵਾ ਵੀ ਕਰਦੇ ਆ, ਬਾਣੀ ਵੀ ਪੜ੍ਹਦੇ ਤੇ ਅਸੀਂ ਗੁਰੂ ਵਾਲੇ ਆ, ਪਰ ਸਾਧ ਸੰਗਤ ਗੁਰੂ ਵਾਲੇ ਐ ਨਹੀਂ ਚ ਬਣਿਆ ਜਾਂਦਾ। ਗੁਰੂ ਵਾਲੇ ਬਣਨਾ ਤੇ ਸਤਿਗੁਰੂ ਜੀ ਨੇ ਮਰਜ਼ਾਦਾ ਦੱਸੀ ਹੈ, ਪੰਜਾਂ ਦੇ ਅੱਗੇ ਖਲੋਣਾ ਹੀ ਪਏਗਾ, ਹੱਥ ਬੁੱਕ ਕਰਨਾ ਹੀ ਪਏਗਾ ਤੇ ਗੁਰੂ ਕੀ ਦਾਤ ਖੰਡੇ ਬਾਟੇ ਦੀ ਪੌਲ ਛਕਣੀ ਪਏਗੀ, ਫਿਰ ਬੰਦਾ ਗੁਰੂ ਵਾਲਾ ਬਣਦਾ ਹੈ। ਜਿੰਨਾ ਚਿਰ ਤੱਕ ਇਹ ਕਾਰਜ ਨਹੀਂ ਕਰਦਾ, ਮੈਨੂੰ ਮਾਫ ਕਰਿਓ, ਉਹਨਾਂ ਚਿਰ ਤੱਕ ਉਹ ਗੁਰੂ ਵਾਲਾ ਨਹੀਂ ਅਖਵਾ ਸਕਦਾ। ਹਾਂ, ਕਿਸੇ ਨੇ ਦੇਹਧਾਰੀ ਨੂੰ ਮੰਨਿਆ ਹੋਵੇ, ਕਿਸੇ ਪਖੰਡੀ ਨੂੰ, ਉਹਦੀ ਨਹੀਂ ਅਸੀਂ ਗੱਲ ਕਰਦੇ। ਉਹਨੇ ਕਿਹਾ, ਉਹ ਬ੍ਰਹਮਚਾਰੀ ਨੇ ਕਹਿਣ ਲੱਗਾ ਬਜ਼ੁਰਗ ਹੋ ਗਏ ਹੋ, ਅਜੇ ਤੱਕ ਗੁਰੂ ਹੀ ਨਹੀਂ ਧਾਰਨ ਕੀਤਾ ਤੁਸੀਂ। ਹਾਂਜੀ। ਮਹਾ ਕਰਮ ਖੋਟਾ ਕੀਓ ਮਨ ਮਤ ਬਿਰਮਾਇਓ। ਇਹ ਤੇ ਬੜਾ ਖੋਟਾ ਕਰਮ ਕੀਤਾ, ਮਨਮਤ ਨਾਲ ਮੈਂ ਆਰਾਮ ਨਾਲ ਬੈਠਾ ਰਿਹਾ, ਐਸੇ ਮਨੁੱਖ ਦੇ ਘਰ ਜਿਹਨੇ ਗੁਰੂ ਹੀ ਨਹੀਂ ਧਾਰਨ ਕੀਤਾ।
ਹਾਂਜੀ। ਚਿਤ ਮਹਿ ਆਤ ਰਿਸ ਕਰਤ ਹੀ ਉਠ ਮਾਰਗ ਲੀਨਾ। ਤੇ ਲਓ ਜੀ ਅੱਧੀ ਰਾਤ ਦਾ ਸਮਾਂ, ਵੇਖੋ ਮੰਜੇ ਕੋਠੇ ਤੇ ਡੱਠ ਕੇ ਚਬਾਰੇ ਤੇ ਪ੍ਰਸ਼ਾਦਾ ਪਾਣੀ ਛਕ ਲਿਆ, ਬਚਨ ਬਲਾਸ ਕਰਨ ਦੇ ਹੈ, ਪਰ ਉਸ ਬ੍ਰਹਮਚਾਰੀ ਨੇ ਪਰਵਾਹ ਨਹੀਂ ਕੀਤੀ। ਉਹ ਰਾਤ ਨੂੰ ਘਰੋਂ ਚਲੇ ਗਿਆ ਜੀ, ਕਹਿਣ ਲੱਗਾ ਨਹੀਂ ਮੈਂ ਨਹੀਂ ਰਹਿਣਾ। ਉਹ ਰਾਤੀ ਉੱਥੋਂ ਚਲੇ ਗਿਆ। ਅਮਰਦਾਸ ਪਛਚਾਤ ਤਿਸ ਪਛੁਤਾਵਨ ਕੀਨਾ। ਲਓ ਜੀ ਬ੍ਰਹਮਚਾਰੀ ਤੇ ਚਲੇ ਗਿਆ, ਪਰ ਬਾਬਾ ਅਮਰਦਾਸ ਜੀ ਪਛਤਾਉਣ ਲੱਗ ਪਏ। ਹਾਂਜੀ। ਅਪਰ ਸਰਬ ਹੀ ਸੁਧ ਗਈ ਇਕ ਹੀ ਲਿਵ ਲਾਗੀ। ਮੈਂ ਗੁਰੂ ਹੀ ਨਹੀਂ ਧਾਰਨ ਕੀਤਾ, ਮੈਂ ਅਜੇ ਤੱਕ ਗੁਰੂ ਹੀ ਨਹੀਂ ਧਾਰਨ ਕੀਤਾ। ਬਸ ਉਹਦੀ ਗੱਲ ਮਨ ਨੂੰ ਵੱਜਣੀ ਸੀਗੀ ਜੀ, ਤੇ ਸੰਬੰਧ ਬਣਨਾ ਸੀ। ਗੁਰੂ ਘਰ ਕਿਵੇਂ ਆਉਣਾ, ਸੰਬੰਧ ਬਣਨਾ ਸੀ। ਮੈਂ ਅਜੇ ਤੱਕ ਗੁਰੂ ਹੀ ਨਹੀਂ ਧਾਰਨ ਕੀਤਾ, ਬਸ ਇਹਦੇ ਵਿੱਚ ਹੀ ਧਿਆਨ ਲੱਗ ਗਿਆ, ਬਾਕੀ ਸਾਰਾ ਧਿਆਨ ਭੁੱਲ ਗਿਆ ਜੀ। ਹਾਂਜੀ। ਗੁਰੂ ਮਿਲਹਿ ਕਰ ਲੈ ਹਉ ਇੱਛਾ ਬਹੁ ਜਾਗੀ। ਬਸ ਮੈਨੂੰ ਕੋਈ ਗੁਰੂ ਮਿਲੇ ਤੇ ਮੈਂ ਆਪਣਾ ਗੁਰੂ ਉਹਨੂੰ ਧਾਰਨ ਕਰਾਂ, ਹੁਣ ਇਹੋ ਹੀ ਇੱਛਾ ਸੀਗੀ ਜੀ। ਹਾਂਜੀ। ਪ੍ਰਭ ਆਗੈ ਬਿਨਤੀ ਕਰੀ ਪੂਰੋ ਮਮ ਆਸਾ। ਹੁਣ ਬਾਬਾ ਅਮਰਦਾਸ ਜੀ ਨਾ ਰਾਤ ਨੂੰ ਪਲੰਘੇ ਤੇ ਬੈਠੇ ਚਬਾਰੇ 'ਚ ਹੱਥ ਜੋੜ ਜੋੜ ਕੇ ਰੱਬ ਅੱਗੇ ਅਰਦਾਸਾਂ ਕਰਦੇ, ਹੇ ਰੱਬ ਜੀ ਮੈਨੂੰ ਗੁਰੂ ਮਿਲ ਜਾਵੇ, ਮੈਨੂੰ ਗੁਰੂ ਮਿਲੇ ਕੋਈ। ਹਾਂਜੀ। ਦੀਨ ਬੰਦ ਹਰ ਦਇਆ ਨਿਧ ਲਖ ਦਾਸਨ ਦਾਸਾ। ਤੁਸੀਂ ਦੀਨ ਬੰਦ ਹੋ, ਤੁਸੀਂ ਦੀਨਾਂ ਦੀ ਰੱਖਿਆ ਕਰਨ ਵਾਲੇ ਹੋ, ਤੇ ਮੈਨੂੰ ਆਪਣਾ ਸੇਵਕ ਸਮਝੋ ਤੇ ਮੇਰਾ ਮਿਲਾਪ ਗੁਰੂ ਨਾਲ ਕਰਾਓ, ਗੁਰੂ ਨਾਲ ਕਰਾਓ। ਸੰਗਤ ਜੀ ਇਸ ਰਸਤੇ ਤੇ ਗੁਰੂ ਦੇ ਅਧੀਨ ਚੱਲਣਾ ਪੈਂਦਾ ਬੰਦੇ ਨੂੰ। ਹਾਂਜੀ। ਰਾਵਰ ਕੇ ਪਦ ਪਦਮ ਤੇ ਨਿਕਸੀ ਸੁਭ ਗੰਗਾ। ਹਾਂਜੀ। ਸੇਵੀ ਮੈਂ ਬਹੁ ਕਾਲ ਲਗ ਨਿਸਕਾਮ ਉਮੰਗਾ। ਕਹਿ ਲਗੇ ਹੇ ਵਾਹਿਗੁਰੂ ਮੈਂ ਬੜੇ ਲੰਮੇ ਸਮੇਂ ਤੋਂ ਗੰਗਾ ਦੀ ਪੂਜਾ ਕਰ ਰਿਹਾ, ਤੇ ਕਿਰਪਾ ਕਰੋ ਤੇ ਮੈਨੂੰ ਗੁਰੂ ਮਿਲਾਓ। ਹਾਂਜੀ। ਅਬ ਸਤ ਗੁਰ ਮੁਝ ਕੋ ਮਿਲੈ ਸਭ ਹੂੰ ਫਲ ਪਾਉ। ਹੁਣ ਮੈਨੂੰ ਕਿਤੇ ਸਤਿਗੁਰੂ ਮਿਲ ਪੈਣ ਤੇ ਮੇਰੀ ਕੀਤੀ ਮਿਹਨਤ ਵੀ ਸਫਲੀ ਹੋ ਜੇ। ਸੰਗਤ ਜੀ ਇੱਕ ਗੱਲ ਚੇਤਾ ਰੱਖਿਓ, ਆਪਣੇ ਤੌਰ ਤੇ ਜਿੰਨੀ ਮਰਜ਼ੀ ਮਿਹਨਤ ਕਰੀ ਜਾਵੇ, ਪਰ ਭਗਤੀ ਕੀਤੀ ਉਹ ਸਫਲੀ ਜਦੋਂ ਗੁਰੂ ਵਿੱਚ ਮਿਲੇਗਾ ਜੀ, ਗੁਰੂ ਹੋਏਗਾ। ਇੱਕ ਨਾ ਦੋਹਰਾ ਹੈ, ਦੋਹਰਾ ਕਹਿੰਦੇ ਗੁਰ ਗੋਬਿੰਦ ਦੋਨੋਂ ਖੜੇ ਕਾਂਕੇ ਲਾਗੋਂ ਪਾਏ। ਕਹਿੰਦੇ ਇੱਕ ਬੰਨੇ ਰੱਬ ਪਰਮੇਸ਼ਰ ਜੀ ਖਲੋਤੇ ਤੇ ਇੱਕ ਬੰਨੇ ਸਤਿਗੁਰੂ ਖਲੋਤੇ ਆ, ਤੇ ਚੇਲਾ ਕਹਿੰਦਾ ਮੈਂ ਕਿਹਦੇ ਪੈਰੀ ਲੱਗਾ, ਤੇ ਬਾਅਦ ਵਿੱਚ ਅੰਦਰੋਂ ਫੁਰਨਾ ਆਇਆ, ਬਲਿਹਾਰੀ ਗੁਰ ਆਪਣੇ ਜਿਨ ਗੋਬਿੰਦ ਦਿਓ ਦਿਖਾਏ। ਕਹਿੰਦੇ ਰੱਬ ਗੁਰੂ ਦੀ ਕਿਰਪਾ ਨਾਲ ਵਿਖਿਆ ਨਾ, ਇਸ ਕਰਕੇ ਮੈਂ ਰੱਬ ਵਾਲੇ ਪਾਸੇ ਨਹੀਂ ਜਾਣਾ, ਪਹਿਲਾਂ ਮੈਂ ਗੁਰੂ ਵਾਲੇ ਪਾਸੇ ਜਾਣਾ। ਜਿਸ ਗੁਰੂ ਦੀ ਕਿਰਪਾ ਨਾਲ ਮੈਨੂੰ ਰੱਬ ਮਿਲਿਆ, ਗੁਰੂ ਹੋਣਾ ਬਹੁਤ ਜ਼ਰੂਰੀ ਹੈ। ਹਾਂਜੀ। ਅੰਤਰ ਜਾਮੀ ਸਰਬ ਕੇ ਕਹਿ ਕਿਸੇ ਸੁਣਾਉ। ਇਸ ਕਰਕੇ ਬਾਬਾ ਅਮਰਦਾਸ ਜੀ ਅਰਦਾਸਾਂ ਕਰਦੇ, ਹੈ ਵਾਹਿਗੁਰੂ ਮੇਰੇ ਤੇ ਕਿਰਪਾ ਕਰੋ, ਤੁਸੀਂ ਅੰਤਰਜਾਮੀ ਹੋ, ਮੈਂ ਆਪਣੇ ਦਿਲ ਦਾ ਦੁੱਖ ਹੋਰ ਕਿਹਨੂੰ ਦੱਸਾਂ। ਹਾਂਜੀ। ਚਿੰਤਾ ਚਿਤ ਤੇ ਦੀਨ ਹੋਏ ਬਿਨਤੀ ਬਹੁ ਪਾਖੇ। ਇਸ ਤਰੀਕੇ ਨਾਲ ਬੜੀ ਚਿੰਤਾ ਲੱਗੀ, ਬੜੀ ਚਿੰਤਾ ਲੱਗੀ, ਮੇਰਾ ਗੁਰੂ ਨਹੀਂ ਕੋਈ ਹੈ। ਤੇ ਪਿਆਰਿਓ ਬੇਨਤੀਆਂ ਕਰੀ ਜਾਂਦੇ ਪਰਮੇਸ਼ਰ ਅੱਗੇ। ਹਾਂਜੀ। ਦਿਵਸ ਨਾ ਬੀਤੇ ਦੁਖ ਦਬਹੁ ਔਰ ਗੁਰੂ ਅਬੇ ਲਾਖੇ। ਪਿਆਰਿਓ ਗੁਰੂ ਸਾਹਿਬ ਦੀ ਪ੍ਰਾਪਤੀ ਵਾਸਤੇ ਹੁਣ ਦਿਨ ਨਹੀਂ ਬਤੀਤ ਹੁੰਦਾ ਜੀ। ਭਾਵ ਸਾਰੀ ਸਾਰੀ ਦਿਹਾੜੀ ਇਹੋ ਹੀ ਚਿੰਤਾ ਲੱਗੀ ਰਹਿੰਦੀ, ਮੇਰਾ ਗੁਰੂ ਨਹੀਂ ਕੋਈ ਹੈਗਾ। ਹਾਂਜੀ। ਗੰਗਾ ਹਿਰਦੇ ਅਰਾਧਤੋ ਹੈ ਭੀਸ਼ਮ ਮਾਤਾ। ਤੇ ਜਿਹਦੀ ਪੂਜਾ ਕਰਦੇ ਸੀ ਉਹਨੂੰ ਆਰਾਧਨਾ ਸੀ। ਕਹਿਣ ਲੱਗੇ ਹੇ ਭੀਸ਼ਮ ਦੀ ਮਾਤਾ ਗੰਗਾ ਦੇਵੀ, ਉੱਤਮ ਤੀਰਥ ਸਬਨ ਮਹਿ ਬਾਂਛਤ ਕੀ ਦਾਤਾ। ਸੁਣਿਆ ਵੀ ਤੁਹਾਡੇ ਤੇ ਇਸ਼ਨਾਨ ਕੀਤਿਆਂ ਸਾਰੇ ਫਲ ਮਿਲਦੇ ਆ। ਹਾਂਜੀ।
ਬ੍ਰਹਮ ਲੋਕ ਤੇ ਜਤਨ ਕਰ ਭਾਗੀਰਥ ਆਨੀ। ਤੇ ਭਗੀਰਥ ਨੇ ਬ੍ਰਹਮ ਲੋਕ ਚੋਂ ਗੰਗਾ ਨੂੰ ਧਰਤੀ ਤੇ ਲੈ ਕੇ ਆਂਦਾ ਸੀ। ਹਾਂਜੀ 60,000 ਉਧਾਰ ਕਰ ਇਹ ਕਥਾ ਮਹਾਨੀ। ਤੇ 60,000 ਦਾ ਉਧਾਰ ਉਸ ਸਮੇਂ ਤੁਸੀਂ ਕੀਤਾ ਸੀਗਾ। ਇਹ ਕਥਾ ਜਿਹੜੀ ਹੈ ਬੜੀ ਪ੍ਰਚਲਿਤ ਹੈ। ਹਾਂਜੀ ਕਹੋ ਸਫਲ ਮਮ ਕਾਮਨਾ ਗੁਰ ਦੇਹੋ ਮਿਲਾਈ। ਹੁਣ ਮੈਂ ਇਸ਼ਨਾਨ ਕਰਦਾ ਰਿਹਾ ਤੇ ਹੁਣ ਮੇਰੇ ਤੇ ਕਿਰਪਾ ਕਰੋ, ਮੇਰੀ ਕਾਮਨਾ ਪੂਰੀ ਕਰ ਦਿਓ ਤੇ ਮੈਨੂੰ ਗੁਰੂ ਮਿਲ ਜਾਵੇ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਆਪਾਂ ਕਿੰਨੇ ਭਾਗਾਂ ਵਾਲੇ, ਆਪਾਂ ਕਹਿ ਸਕਦੇ ਹਾਂ ਆਪਾਂ ਗੁਰੂ ਵਾਲੇ ਆ। ਸਾਡੇ ਗੁਰੂ ਨੇ ਕੌਣ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕਹੋ ਪ੍ਰੇਮ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਸ ਤਰੀਕੇ ਨਾਲ ਬਾਬਾ ਅਮਰਦਾਸ ਜੀ ਬੇਨਤੀਆਂ ਕਰਦੇ ਆ। ਇਸ ਪ੍ਰਕਾਰ ਬਿਨਤੀ ਪਨ ਹੈ ਬਹੁ ਵਿਦ ਵਡਿਆਈ। ਇਸ ਤਰੀਕੇ ਨਾਲ ਬੇਨਤੀ ਕਰਨ ਦੇ ਆ। ਹਾਂਜੀ ਨਿਸਾ ਬਤੀ ਦਿਨ ਆਗਲੋ ਦੁਖ ਸਾਥ ਬਿਤਾਵਾ। ਰਾਤ ਵੀ ਲੰਘੀ ਪਿਆਰਿਓ, ਦਿਨ ਆਇਆ ਉਹ ਵੀ ਬੜਾ ਦੁਖੀ ਹੋ ਕੇ ਲੰਘਿਆ। ਉਹਦੀ ਗੱਲ ਨਾ ਜੀ ਬਸ ਸੀਨੇ ਤੇ ਵੱਜ ਗਈ ਜੀ। ਕਈ ਬੰਦਿਆਂ ਦੀ ਵੱਜ ਜਾਂਦੀ ਹੈ। ਹਾਂਜੀ ਖਾਨ ਪਾਨ ਕੁਛ ਨਹਿ ਰੁਚੀ ਬੈਰਾਗ ਉਪਾਵਾ। ਨਾ ਖਾਣ ਪਿਆਣ ਵਿੱਚ ਧਿਆਨ ਹੈ, ਬੈਰਾਗ ਹੀ ਪ੍ਰਗਟ ਹੋਇਆ, ਨੇਤਰਾਂ ਚੋਂ ਜਲ ਚੱਲ ਰਿਹਾ। ਹਾਂਜੀ ਬਹੁਰ ਭਈ ਜਬ ਜਾਮਨੀ ਸੋਚਤ ਚਿਤ ਜਾਗਾ। ਤੇ ਪਿਆਰਿਓ ਅਗਲੀ ਰਾਤ ਜਦੋਂ ਪੈ ਗਈ, ਇੱਕ ਦਿਨ ਲੰਘ ਗਿਆ, ਉਹ ਰਾਤ ਵੀ ਸੋਚਦਿਆਂ ਜਾਗਦੇ ਹੀ ਰਹੇ ਮਹਾਰਾਜ। ਹਾਂਜੀ ਲਿਵ ਲਾਗੈ ਨਹਿ ਨੀਂਦ ਹੋਏ ਜਿਨ ਮਨ ਅਨੁਰਾਗਾ। ਕਹਿੰਦੇ ਜਿਨ੍ਹਾਂ ਦੇ ਮਨ 'ਚ ਪਿਆਰ ਪੈਦਾ ਹੋ ਜੇ ਉਹਨਾਂ ਨੂੰ ਨੀਂਦ ਕਿੱਥੋਂ ਆਉਂਦੀ ਹੈ? ਗੱਜ ਕੇ ਆਖੋ ਵਾਹਿਗੁਰੂ। ਜਿਨ੍ਹਾਂ ਦੇ ਮਨ 'ਚ ਬੈਰਾਗ ਪੈਦਾ ਹੋ ਜੇ ਉਹ ਨਹੀਂ ਸੌਂਦੇ, ਮੇਰੇ ਵਰਗੇ ਸੌਂਦੇ ਰੱਜ ਰੱਜ ਕੇ। ਹਾਂਜੀ ਸ਼੍ਰੀ ਪਰਮੇਸ਼ਰ ਸੁਰਸੁਰੀ ਪਰ ਸੰਸਤ ਦੂ। ਹਾਂਜੀ ਬਿਨੈ ਭਨਤ ਮਨ ਦੀਨ ਬਨ ਗੁਣ ਗਨ ਗਿਨ ਸੋ। ਇਸ ਤਰੀਕੇ ਨਾਲ ਨਾ ਨੀਵੇਂ ਹੋ ਬੇਨਤੀਆਂ ਕਰਨ ਦੇ ਪਰਮੇਸ਼ਰ ਜੀ ਅੱਗੇ, ਜਾਂ ਜਿਹਦੀ ਪੂਜਾ ਕਰਦੇ ਰਹੇ ਆ ਗੰਗਾ ਜੀ ਦੀ, ਗੰਗਾ ਜੀ ਨੂੰ ਵੀ ਬੇਨਤੀਆਂ ਕਰਦੇ ਰਹੇ। ਹਾਂਜੀ ਨਾਉ ਥਾਉ ਬਿਨ ਰੂਪ ਕੇ ਸਤਿਗੁਰ ਕੋ ਧਿਆਵੈ। ਪੂਰੋ ਮੇਰੀ ਆਸ ਕੋ ਕੈਸੇ ਉਰ ਪਾਵੈ। ਗੱਜ ਕੇ ਆਖੋ ਵਾਹਿਗੁਰੂ। ਹੁਣ ਇਹਨਾਂ ਨੂੰ ਆਪਣੇ ਗੁਰੂ ਦਾ ਨਾਮ ਨਹੀਂ ਪਤਾ ਵੀ ਮੇਰਾ ਗੁਰੂ ਕੌਣ ਹੈ। ਬਾਬਾ ਅਮਰਦਾਸ ਜੀ ਨੂੰ ਇਹ ਨਹੀਂ ਪਤਾ ਵੀ ਮੇਰੇ ਗੁਰੂ ਕਿਹੜੀ ਥਾਂ ਤੇ ਰਹਿੰਦੇ ਆ। ਪਰ ਪਿਆਰਿਓ ਰਾਤ ਬੈਠੇ, ਅਗਲੀ ਰਾਤ ਨੀਂਦ ਨਹੀਂ ਆਉਂਦੀ, ਬੈਰਾਗ ਕਰਦੇ ਤੇ ਅਰਦਾਸਾਂ ਕਰਨ ਦੇ, ਹੇ ਮੇਰੇ ਗੁਰੂ ਜੀ ਕਿਰਪਾ ਕਰਕੇ ਮੈਨੂੰ ਆ ਕੇ ਮਿਲੋ, ਮੈਂ ਤੁਹਾਡਾ ਬਣ ਜਾਵਾਂ। ਹਾਂਜੀ ਸਰਬ ਥਾਨ ਸਭ ਕਾਲ ਮਹਿ ਸਤਿਗੁਰ ਹੈ ਵਿਆਪੇ। ਬਿਨਤੀ ਸੁਨ ਕੈ ਸਰੋਨ ਮੈਂ ਦੇਹੋ ਦਰਸ਼ਨ ਆਪੇ। ਹੇ ਗੁਰੂ ਜੀ ਤੁਸੀਂ ਸਾਰੀਆਂ ਥਾਵਾਂ ਤੇ ਵਸੇ ਹੋ, ਕਿਰਪਾ ਕਰੋ ਤੇ ਮੇਰੀ ਬੇਨਤੀ ਸੁਣੋ। ਪਿਆਰਿਓ ਇਧਰੋਂ ਬੇਨਤੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਪਹੁੰਚ ਰਹੀ ਹੈ। ਗੱਜ ਕੇ ਆਖੋ ਵਾਹਿਗੁਰੂ। ਕਿਉਂਕਿ ਜਿੰਨੇ ਜਿਹਦੇ ਕੋਲ ਜਾਣਾ ਹੈ ਨਾ ਪਹੁੰਚ ਹੀ ਜਾਣਾ ਹੈ। ਇਧਰੋਂ ਬੇਨਤੀ ਉਹਨਾਂ ਨੂੰ ਪਹੁੰਚਣ ਦੀ ਹੈ। ਹਾਂਜੀ ਮੈਂ ਪਰਖਨ ਜਾਣੋ ਨਹੀਂ ਗੁਰ ਪੂਰਨ ਕੇਹੂ। ਬਸ ਇਹ ਵੀ ਗੱਲ ਧਿਆਨ ਦੇਣਾ। ਕਹਿੰਦੇ ਮਹਾਰਾਜ ਮੈਂ ਤੇ ਪਰਖਣਾ ਵੀ ਨਹੀਂ ਮੈਨੂੰ ਆਉਂਦਾ ਵੀ ਪੂਰਾ ਗੁਰੂ ਕੌਣ ਹੈ, ਮੈਂ ਪਰਖ ਹੀ ਲਵਾਂ। ਹਾਂਜੀ ਆਪਨੋ ਬਿਰਧ ਪਛਾਨ ਕੈ ਨਿਜ ਦਰਸ਼ਨ ਦੇਹੂ। ਤੇ ਮੇਰੇ ਗੁਰੂ ਜੀ ਤੁਸੀਂ ਜੋ ਵੀ ਹੋ ਕਿਰਪਾ ਕਰੋ ਮੈਨੂੰ ਆ ਕੇ ਆਪਣੇ ਦਰਸ਼ਨ ਦਿਓ। ਹਾਂਜੀ ਇਮ ਇੱਕ ਲਿਵਲਾ ਗੀਰ ਦੇ ਤਜ ਕਾਰਜ ਆਨਾ। ਬਸ ਇਸੇ ਤਰੀਕੇ ਨਾਲ ਲਿਵ ਲੱਗੀ ਹੋਈ ਹੈ, ਸਾਰੇ ਕੰਮ ਜਿਹੜੇ ਆ ਉਧਰੋਂ ਧਿਆਨ ਹਟਿਆ ਪਿਆ, ਬਸ ਮੈਨੂੰ ਗੁਰੂ ਮਿਲੇ। ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ। ਕਿਰਪਾ ਕਰੋ ਮੈਨੂੰ ਦਰਸ਼ਨ ਬਖਸ਼ੋ। ਹਾਂਜੀ ਖਾਨ ਪਾਨ ਨਿੰਦਰਾ ਨਹੀਂ ਦ੍ਰਿਗ ਨੀਰ ਚਲਾਨਾ। ਨਾ ਹੁਣ ਖਾਣ ਦੀ ਸੁੱਧ ਰਹੀ, ਕੁਝ ਛਕਣ ਦੀ, ਨਾ ਪੀਣ ਦੀ ਸੁੱਧ ਰਹੀ, ਤੇ ਨੇਤਰਾਂ ਦੇ ਵਿੱਚ ਸਾਧ ਸੰਗਤ ਦੀ ਹੰਝੂ ਆਇਆ।
ਮੈਨੂੰ ਗੁਰੂ ਮਿਲੇ ਪੂਰਾ। ਹਾਂ, ਦੀਰਘ ਸਵਾਸ ਉਸਾਰ ਤੋ ਇਕ ਤੋ ਬ੍ਰਿਧ ਦੇਹੀ। ਇੱਕ ਤੇ ਸਰੀਰ ਬਿਰਧ ਹੈ, ਉਤੋਂ ਹੁਣ ਲੰਮੇ ਲੰਮੇ ਸਾਹ ਭਰ ਰਹੇ ਹੈ। ਹਾਂਜੀ, ਗੰਗਾ ਆਵਤ ਜਾਤ ਮਗ ਬਲ ਬਿਨਾ ਅਛੇਹੀ। ਵੇਖੋ ਨਾ ਕਿਵੇਂ ਗੰਗਾ ਜੀ ਦੇ ਜਾਣਾ, ਸਰੀਰ 'ਚ ਬਲ ਨਹੀਂ ਹੈ, ਤੇ ਸਾਰਾ ਕੁਝ ਧਰਮ ਦੀ ਪ੍ਰਾਪਤੀ ਵਾਸਤੇ ਹੀ ਸੀ ਨਾ। ਪਰ ਹੁਣ ਜਦੋਂ ਸੋਝੀ ਹੋਈ ਵੀ ਮੈਂ ਤੇ ਗੁਰੂ ਹੀ ਨਹੀਂ ਧਾਰਨ ਕੀਤਾ। ਸਮਝ ਲਓ, ਜਿਹੜੇ ਅਜੇ ਗੁਰੂ ਵਾਲੇ ਨਹੀਂ ਨਾ ਬਣੇ, ਉਹ ਸਮਝ ਜੋ ਗੁਰੂ ਧਾਰਨ ਕਰਨਾ ਕਿੰਨਾ ਜ਼ਰੂਰੀ ਹੈ। ਹਾਂਜੀ, ਪ੍ਰੇਮ ਅਧਿਕ ਚਿੰਤਾ ਬਹੁਤ ਉਰ ਮਹਿਦ ਬੈਸੂਰਾ। ਉਹ ਬਸ ਜਿਹੜੀ ਪਿਛਲੀ ਕਮਾਈ ਹੈ ਨਾ ਪੂਰਬਲੀ, ਉਹ ਚਿੰਤਾ ਕਰਾ ਰਹੀ ਹੈ, ਹਿਰਦੇ ਵਿੱਚ ਝੂਰੰਦੇ ਹੈ। ਹਾਂਜੀ, ਕੈ ਮਰ ਹੋਂ ਕੈ ਮਿਲ ਹੈ ਅਬ ਸ਼੍ਰੀ ਸਤਿਗੁਰ ਪੂਰਾ। ਰੱਜ ਕੇ ਆਖੋ ਵਾਹਿਗੁਰੂ। ਅਵਸਥਾ ਇੱਥੋਂ ਤੱਕ ਬਣ ਗਈ ਵੀ ਜੇ ਮੈਨੂੰ ਗੁਰੂ ਸਾਹਿਬ ਨਾ ਮਿਲੇ ਨਾ ਪੂਰੇ, ਤੇ ਮੈਂ ਮਾਰੀ ਜਾਣਾ ਜੀ। ਕਿੰਨਾ ਪਿਆਰ ਹੋਏਗਾ ਜੀ। ਹਾਂਜੀ, ਤਿਕ ਜੀਵਨ ਸਤਿਗੁਰ ਬਿਨਾ ਕੁਛ ਸਰੈ ਨਾ ਕਾਜੂ। ਮੇਰਾ ਜੀਵਨ ਤੇ ਤਿਕਾਰ ਹੈ। ਇਹ ਆਪਣੇ ਆਪ ਨੂੰ ਗੱਲਾਂ ਕਰਨ ਦੇ। ਇੱਕ ਗੱਲ ਚੇਤਾ ਰੱਖਿਓ, ਜਿਹੜਾ ਬੰਦਾ ਆਪਣੇ ਆਪ ਨਾਲ ਆਪ ਨਹੀਂ ਨਾ ਗੱਲ ਕਰਦਾ, ਉਹ ਕਾਮਯਾਬ ਨਹੀਂ ਹੁੰਦਾ। ਮੇਰੇ ਜੀਵਨ ਤੇ ਤਿਰਕਾਰ ਹੈ, ਮੈਂ ਗੁਰੂ ਨਹੀਂ ਧਾਰਨ ਕੀਤਾ। ਤੇ ਭੱਟ ਜੀ ਕਹਿੰਦੇ ਆ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਸਤਿਗੁਰੂ ਦਾ ਹੋਣਾ ਕਿੰਨਾ ਜ਼ਰੂਰੀ ਹੈ। ਜੀਵਨ ਅੰਧਕਾਰ ਵਾਲਾ ਹੁੰਦਾ ਹੈ, ਕੋਈ ਸਮਝ ਨਹੀਂ ਹੁੰਦੀ ਬੰਦੇ ਨੂੰ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਘਨ ਕਟੇ ਸਭ ਤੇਰੇ। ਗੁਰ ਨੈਣ ਬੈਣ, ਗੁਰ ਗੁਰ ਕਰਹੁ, ਗੁਰ ਸਤ ਕਬ ਨਲ ਕਹੈ। ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਤੇ ਅਕਿਆਥ ਸੰਸਾਰ ਮਹਿ। ਜਿਹਨੇ ਗੁਰੂ ਨਹੀਂ ਧਾਰਨ ਕੀਤਾ, ਆਪਣੇ ਜੀਵਨ ਵਿੱਚ ਸਤਿਗੁਰੂ ਦੇ ਦਰਸ਼ਨ ਹੀ ਨਹੀਂ ਕੀਤੇ, ਉਹਦਾ ਸੰਸਾਰ ਵਿੱਚ ਆਉਣਾ ਵਿਅਰਥ ਹੈ। ਉਹ ਜਿਹੋ ਜਿਹਾ ਆਇਆ ਤੇਹੋ ਜਿਹਾ ਨਾ ਆਇਆ ਜੀ। ਇਸ ਕਰਕੇ ਗੁਰੂ ਵਾਲੇ ਬਣਨਾ ਕਿੰਨਾ ਜ਼ਰੂਰੀ ਹੈ। ਮਹਾਰਾਜ ਗੁਰੂ ਅੰਗਦ ਸਾਹਿਬ ਕਿਰਪਾ ਕਰਦੇ ਆ, ਜੇ ਸੋ ਚੰਦਾ ਉਗਵਹਿ, ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੋਦਿਆਂ, ਗੁਰ ਬਿਨ ਘੋਰ ਅੰਧਾਰ। ਹਾਂਜੀ, ਗੁਰ ਬਿਨ ਛਿਤ ਕੋ ਰਾਜ ਕਿਆ, ਤਿਕ ਸੁਰਪੁਰ ਰਾਜੂ। ਵਿਚਾਰ ਕਰਦੇ ਆ, ਕਹਿੰਦੇ ਗੁਰੂ ਸਾਹਿਬ ਤੋਂ ਬਗੈਰ ਜਿਹਨੇ ਗੁਰੂ ਨਹੀਂ ਧਾਰਨ ਕੀਤਾ, ਭਾਵੇਂ ਰਾਜਾ ਵੀ ਕਿਉਂ ਨਾ ਹੋਵੇ ਧਰਤੀ ਦਾ, ਤੇ ਭਾਵੇਂ ਸਵਰਗ ਦਾ ਰਾਜਾ ਕਿਉਂ ਨਾ ਹੋਵੇ, ਉਹਦੇ ਤੇ ਵੀ ਤਿਰਕਾਰ ਹੀ ਹੈ। ਮਹਾਰਾਜ ਵੈਸੇ ਬਾਣੀ ਚ ਕਹਿੰਦੇ ਆ, ਨਿਗੁਰੇ ਕਾ ਹੈ ਨਾਉ ਬੁਰਾ। ਹਾਂਜੀ, ਤਪ ਤੀਰਥ ਬਰਤ ਰੋ ਧਰਮ, ਬਿਨ ਗੁਰ ਨਿਫਲਾਵੈ। ਮੈਂ ਤਪ ਕੀਤੇ, ਤੀਰਥ ਕੀਤੇ, ਵਰਤ ਰੱਖੇ, ਧਰਮ ਕੀਤਾ, ਪਰ ਗੁਰੂ ਤੋਂ ਬਗੈਰ ਸਾਰੇ ਨਿਸ਼ਫਲ ਹਨ, ਫਾਇਦਾ ਹੀ ਕੋਈ ਨਹੀਂ ਹੈ। ਹਾਂਜੀ, ਗੁਰ ਬਿਨ ਲੋਕ ਪਰਲੋਕ ਕੇ, ਸੁਖ ਸਕਲ ਨਸਾਵੈ। ਬਸ ਗੁਰੂ ਤੋਂ ਬਗੈਰ ਜਿੰਨਾ ਚਿਰ ਤੱਕ ਬੰਦਾ ਸਤਿਗੁਰੂ ਨੂੰ ਧਾਰਨ ਨਹੀਂ ਕਰਦਾ, ਲੋਕ ਪਰਲੋਕ ਦੇ ਸੁੱਖ ਵੀ ਬੇਕਾਰ ਹਨ। ਗੁਰੂ ਧਾਰਨ ਕਰਨਾ ਕਿੰਨਾ ਜ਼ਰੂਰੀ ਹੈ। ਤੇ ਮੇਰੀ ਫਿਰ ਬੇਨਤੀ ਹੈ, ਗੁਰੂ ਕਿਵੇਂ ਧਾਰਨ ਕੀਤਾ ਜਾਂਦਾ ਹੈ? ਜਦੋਂ ਕੋਈ ਪੰਜਾਂ ਦੇ ਅੱਗੇ ਜਾਂਦਾ ਹੈ। ਵੇਖ ਲਓ ਸੰਗਤ ਜੀ, ਗੁਰੂ ਧਾਰਨ ਕਰਨਾ ਕਿੰਨਾ ਜ਼ਰੂਰੀ ਹੈ। ਹਾਂਜੀ, ਸਤਿਗੁਰ ਪੂਰਾ ਜੇ ਮਿਲ ਹੈ, ਦੇ ਨਿਜ ਉਪਦੇਸੂ। ਜੇ ਕਿਤੇ ਪੂਰਾ ਸਤਿਗੁਰੂ ਮਿਲੇ, ਉਹ ਉਪਦੇਸ਼ ਦਵੇ ਆਪਣਾ। ਹਾਂਜੀ, ਸਫਲ ਤਪਾਦਿਕ ਹੋਤ ਹੈ, ਮਿਟ ਜਾਤ ਕਲੇਸ਼ੂ। ਤੇ ਉਸ ਉਪਦੇਸ਼ ਨੂੰ ਮਨੁੱਖ ਕਮਾਵੇ,
ਤੇ ਫਿਰ ਜਾ ਕੇ ਕਲੇਸ਼ ਮਿਟਦੇ ਤੇ ਜੋ ਕੰਮ ਕੀਤਾ ਉਹ ਸਫਲਾ ਹੋ ਜਾਂਦਾ ਜੀ। ਹਾਂਜੀ। ਕਰਮਹੀਨ ਇਮ ਮੈਂ ਰਹਿਓ ਅਬ ਸਤਿਗੁਰ ਪਾਉ। ਤੇ ਬਾਬਾ ਅਮਰਦਾਸ ਜੀ ਨੇ ਵਿਚਾਰ ਬਣਾਉਂਦੇ ਵੀ ਹੁਣ ਮੈਂ ਗੁਰੂ ਨੂੰ ਪਾਉਣਾ ਹੈ, ਗੁਰੂ ਦੀ ਪ੍ਰਾਪਤੀ ਕਰਨੀ ਹੈ। ਨਾ ਤੁਰ ਤਜ ਕੈ ਅੰਨ ਜਲ ਨਿਜ ਤਨ ਬਿਨ ਸਾਉ। ਨਹੀਂ ਤੇ ਮੈਂ ਜਲ ਛਕਣਾ ਛੱਡ ਦੇਣਾ, ਅੰਨ ਛਕਣਾ ਛੱਡ ਦੇਣਾ ਤੇ ਆਪਣੇ ਪ੍ਰਾਣ ਜਿਹੜੇ ਆ ਉਹ ਛੱਡ ਦੇਣੇ ਆ, ਪ੍ਰਾਣ ਜਿਹੜੇ ਆ ਉਹ ਛੱਡ ਦੇਣੇ ਆ। ਸੋ ਇਹ ਅੱਜ ਦਾ ਪ੍ਰਸੰਗ ਸੀਗਾ। ਸਾਧ ਸੰਗਤ ਜੀ, ਸਤਿਗੁਰੂ ਨੂੰ ਧਾਰਨ ਕਰਨਾ ਬਹੁਤ ਜ਼ਰੂਰੀ ਹੈ। ਤੇ ਮੇਰੀ ਫਿਰ ਬੇਨਤੀ ਹੈ, ਜਿਹੜੇ ਆਪਣੇ ਆਪ ਨੂੰ ਸਿੱਖ ਖਵਾਉਂਦੇ ਆ, ਖੰਡੇ ਬਾਟੇ ਦੀ ਪੌਲ ਨਹੀਂ ਛਕਦੇ, ਕੇਸਾ ਧਾਰੀ ਨਹੀਂ ਹੁੰਦੇ, ਉਹਨਾਂ ਲਈ ਗੁਰੂ ਧਾਰਨ ਕਰਨਾ ਜ਼ਰੂਰੀ ਹੈ। ਠੀਕ ਹੈ, ਆਪਾਂ ਚੰਗੇ ਆ, ਕਈ ਬੜੇ ਬੜੇ ਪ੍ਰੇਮੀ ਸ਼ਰਧਾ ਰੱਖਦੇ ਆ, ਫਲ ਮਿਲੇਗਾ, ਪਰ ਪਿਆਰਿਓ ਚੇਤਾ ਰੱਖਿਓ, ਜੋ ਫਲ ਗੁਰੂ ਵਾਲੇ ਬਣ ਕੇ ਮਿਲਣਾ ਹੈ ਨਾ, ਉਹ ਉਵੇਂ ਨਹੀਂ ਮਿਲਦਾ ਜੀ। ਤੇ ਜੇ ਗੁਰੂ ਦੀ ਲੋੜ ਹੀ ਨਾ ਹੋਵੇ ਤੇ ਬਾਬਾ ਅਮਰਦਾਸ ਜੀ ਕਿਉਂ ਇੰਨੀ ਵਿਚਾਰ ਕਰਨਾ। ਇਸ ਕਰਕੇ ਖੰਡੇ ਬਾਟੇ ਦੀ ਪੌਲ ਛਕ ਕੇ ਗੁਰੂ ਵਾਲੇ ਬਣੋ। ਜਿਹੜਾ ਬੰਦਾ ਗੁਰੂ ਤੋਂ ਭੱਜਦਾ ਹੈ, ਗੁਰੂ ਨੂੰ ਧਾਰਨ ਨਹੀਂ ਕਰਦਾ, ਉਹਨੂੰ ਇਹ ਨਹੀਂ ਪਤਾ ਵੀ ਮੈਂ ਆਪਣਾ ਨੁਕਸਾਨ ਆਪ ਕਰ ਰਿਹਾ। ਇਹ ਮੈਂ ਗੁਰੂ ਤੋਂ ਨਹੀਂ ਭੱਜ ਰਿਹਾ, ਮੈਂ ਆਪਣੇ ਨੁਕਸਾਨ ਵੱਲ ਵੱਧ ਰਿਹਾ। ਬੜਾ ਕੁਝ ਮਿਲਦਾ ਹੈ। ਸੋ ਮਹਾਰਾਜ ਕਿਰਪਾ ਕਰਨ, ਜਿੰਨਾ ਚਿਰ ਤੱਕ ਬੰਦਾ ਗੁਰੂ ਵਾਲਾ ਨਹੀਂ ਬਣਦਾ, ਸੋਝੀ ਨਹੀਂ ਆਉਂਦੀ ਜੀ, ਸੋਝੀ ਨਹੀਂ ਆਉਂਦੀ। ਔਰ ਇਹ ਕੰਮ ਵਾਸਤੇ ਵੀ ਪਿਆਰਿਓ ਪਿੱਛੇ ਕਰਮ ਹੋਣੇ ਚਾਹੀਦੇ ਆ। ਕਰਮ ਹੋਣਗੇ, ਉੱਤਮ ਭਾਗ ਹੋਣਗੇ, ਫਿਰ ਬੰਦਾ ਗੁਰੂ ਵਾਲਾ ਬਣਦਾ ਹੈ। ਸੋ ਮਹਾਰਾਜ ਅੱਗੇ ਅਰਦਾਸ ਕਰਿਆ ਕਰੀਏ। ਕੋਈ ਗੱਲ ਨਹੀਂ, ਜਿਹੜੇ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ, ਅਰਦਾਸ ਕਰੋ, ਮਹਾਰਾਜ ਸਾਨੂੰ ਆਪਣਾ ਬਣਾ ਲਓ, ਸਾਨੂੰ ਆਪਣਾ ਬਣਾ ਲਓ। ਕਿਉਂਕਿ ਇਹ ਪੜ੍ਹਾਈ ਬੜੀ ਵੱਡੀ ਹੈ। ਅੰਮ੍ਰਿਤ ਛਕ ਕੇ ਵੀ ਬੜੀ ਪੜ੍ਹਾਈ ਕਰਨੀ ਪੈਂਦੀ ਹੈ। ਇੱਥੇ ਗੱਲ ਖਤਮ ਨਹੀਂ ਹੁੰਦੀ ਵੀ ਬੰਦਾ ਅੰਮ੍ਰਿਤ ਛਕ ਕੇ ਕਹੇ ਵੀ ਹੁਣ ਤੇ ਆਪਾਂ ਅੰਮ੍ਰਿਤ ਛਕ ਲਿਆ, ਗੁਰੂ ਵਾਲੇ ਬਣ ਗਏ। ਨਹੀਂ, ਜਿੰਨਾ ਚਿਰ ਤੱਕ ਗੁਰੂ ਦਾ ਉਪਦੇਸ਼ ਨਹੀਂ ਕਮਾ ਲੈਂਦਾ, ਉਹਨਾਂ ਚਿਰ ਤੱਕ ਸੰਪੂਰਨ ਰੂਪ ਵਿੱਚ ਗੁਰੂ ਵਾਲਾ ਬੰਦਾ ਨਹੀਂ ਬਣਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ, ਬਖਸ਼ਿਸ਼ ਕਰਨ, ਸਾਡੀਆਂ ਝੋਲੀਆਂ ਵਿੱਚ ਨਾਮ ਦੀਆਂ ਦਾਤਾਂ ਪਾਉਣ, ਅੰਮ੍ਰਿਤ ਵੇਲਾ ਪਾਉਣ, ਸਿਮਰਨ ਭਜਨ ਪਾਉਣ। ਸੋ ਅੱਗੋਂ ਹੁਣ ਬਾਬਾ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਸਾਹਿਬ ਕਿਵੇਂ ਮਿਲਦੇ ਆ? ਰਾਤ ਸੁੱਤੇ ਨਹੀਂ ਹੈ, ਜਾਗਦੇ ਆ, ਵਿਚਾਰਾਂ ਕਰਦੇ ਆ। ਕਿਵੇਂ ਮਿਲਦੇ ਆ, ਇਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਸਾਰੀ ਸੰਗਤ ਗੱਜ ਕੇ ਕਹੋ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਗੁਰੂ ਵਾਲੇ ਹੋ ਕੇ ਆਪਣਾ ਜਨਮ ਸਫਲਾ ਕਰ ਸਕੀਏ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਪਦੇਸ਼ ਧਾਰਨ ਕਰਕੇ, ਕਮਾਈ ਕਰਕੇ, ਗੁਰੂ ਵਾਲੇ ਬਣ ਕੇ ਆਪਣਾ ਭਲਾ ਕਰ ਸਕੀਏ। ਅਗਲਾ ਇਤਿਹਾਸ ਆਪਾਂ ਕੱਲ ਨੂੰ ਸਰਵਣ ਕਰਾਂਗੇ। ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।